कश्मीर ਦੇ ਵਿੱਚ ਕਿਹਾ ਜਾ ਰਿਹਾ ਕਿ ਸਿੱਖ ਲੜਕੇ ਦਾ ਜਬਰੀ ਧਰਮ ਪਰਿਵਰਤਨ ਕੀਤਾ ਜਾ ਰਿਹਾ, ਉਹਨਾਂ ਦਾ ਜਬਰੀ ਵਿਆਹ ਕਰਵਾਇਆ ਜਾ ਰਿਹਾ। ਇਹ ਪੂਰਾ ਮਾਮਲਾ ਕੀ ਹੈ? ਇਹ ਹੈ ਆਰਐਸਐਸ ਦਾ ਏਜੰਡਾ ਹੈ। ਇਹ ਏਜੰਡਾ ਮੇਰੇ ਖਿਆਲ ਹੈ ਸਿੱਖੀ ਦਾ ਏਜੰਡਾ ਜਾਂ ਬਾਕੀ ਨਾਰਮਲ ਏਜੰਡਾ ਲੋਕਾਂ ਦਾ ਨਹੀਂ ਹੈ। ਉਹਨੂੰ ਕੁੜੀ ਨੂੰ ਲੈ ਕੇ ਦਿੱਲੀ ਚਲੇ ਗਏ। ਦਿੱਲੀ ਜਾ ਕੇ ਰਸਤੇ 'ਚ ਇੱਕ ਮੁੰਡਾ ਵੀ ਲੱਭ ਲਿਆ। ਮੁੰਡਾ ਲੱਭ ਕੇ ਉਹਦਾ ਦੂਜਾ ਵਿਆਹ ਵੀ ਕਰਾਤਾ। ਇਹ ਕਦੇ ਦੀਨ ਦੁਨੀਆ 'ਚ ਕਿਵੇਂ ਹੈ, ਕਿਹੜੀ ਸਿੱਖੀ ਦੇ ਐਂਗਲ ਤੋਂ ਤੁਸੀਂ ਇਹ ਗੱਲ ਕਰ ਰਹੇ ਹੋ? ਹਾਲਾਂਕਿ ਉਸੇ ਕੁੜੀ ਬਾਰੇ ਵੀ ਇਹ ਕਿਹਾ ਜਾਂਦਾ ਵੀ ਜਦੋਂ ਉੱਥੇ ਪੁਲਿਸ ਦੇ ਸਾਹਮਣੇ ਵੀ ਉਹਨੂੰ ਲੈ ਕੇ ਗਏ ਤੇ ਉੱਥੇ ਵੀ ਉਹਨੇ ਇਹੀ ਬਿਆਨ ਦਿੱਤਾ ਕਿ ਮਰਜ਼ੀ ਮੁਤਾਬਕ ਹੈ। ਇਹ ਕਹਿੰਦੇ ਨੇ ਕਿ ਉਹ ਕੁੜੀ ਮਾਨਸਿਕ ਤੌਰ ਤੇ ਨਹੀਂ ਪ੍ਰੋਪਰ ਠੀਕ। ਤੇ ਲੋਕਲ ਜਿਹੜੀ ਕਸ਼ਮੀਰੀ ਲੀਡਰਸ਼ਿਪ ਆ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਅਸੀਂ ਇੱਥੇ ਰਹਿਣਾ, ਇੱਥੇ ਦੀ ਅਸੀਂ ਮਿਨੋਰਟੀ, ਸਾਡਾ ਐਡਾ ਟਕਰਾਅ ਪੈਦਾ ਨਾ ਕਰੋ ਤਾਂ ਕਿ ਕਿਤੇ ਕੱਲ੍ਹ ਨੂੰ ਸਾਡੇ ਲਈ ਸੰਕਟ ਜਿਹੜਾ ਉਸ ਲੈਵਲ ਦਾ ਖੜਾ ਹੋ ਜਾਂਦਾ ਹੈ। ਡੈਮੋਕ੍ਰੇਟਿਕ ਕੰਟਰੀ ਦੇ ਵਿੱਚ ਉਹ ਸਾਰੀ ਧਿਰ ਜਿਨ੍ਹਾਂ ਦੀਆਂ ਕੁੜੀਆਂ, ਜਿਨ੍ਹਾਂ ਦੇ ਬਾਕੀ ਬੰਦਿਆਂ ਨਾਲ ਮਿਲਟਰੀ ਜਾਂ ਬਾਕੀ ਦੇ ਪੈਰਾਮਿਲਟਰੀ ਫੋਰਸਜ਼ ਨੇ ਜ਼ਬਰ ਜਨਾਹ ਕੀਤੇ ਨੇ, ਜਦੋਂ ਇਹ ਸਵਾਲ ਉਠਾਉਂਦੇ ਨੇ ਕਿ ਇਹਦਾ ਮੁੱਦਾ ਕਿੱਥੇ ਗਿਆ, ਜੇ ਉਹ 'ਤੇ ਜਾਂਚ ਤੇ ਖਾਮੋਸ਼ੀ ਹੈ ਤਾਂ ਕੇਵਲ ਇੱਕ ਔਰਤ ਜਾਂ ਦੋ ਔਰਤਾਂ ਤੇ ਬਾਕੀ ਦੇ ਤੌਰ ਤੇ ਗੱਲ ਕਰਨਾ ਥੋੜ੍ਹਾ ਜਿਹਾ ਐਂ ਨਹੀਂ ਲੱਗਦਾ ਵੀ ਇਹ ਕੋਈ ਤੁਹਾਡਾ ਔਰਤਾਂ ਦੇ ਬਾਰੇ ਕੋਈ ਉਹਨਾਂ ਦੇ ਬਾਰੇ, ਉਹਨਾਂ ਦੇ ਸਨਮਾਨ ਦੇ ਬਾਰੇ ਤੁਸੀਂ ਕੋਈ ਗੱਲ ਕਰ। ਜਿਹੜਾ ਕੁੜੀ ਮਾਰਨ ਦਾ ਕਨਸੈਪਟ ਹੈ ਇਹ ਬਹੁਤ ਪੁਰਾਣਾ ਹੈ ਅਤੇ ਸ਼ਾਇਦ ਇਸੇ ਕਰਕੇ ਸਿੱਖ ਰਹਿਤ ਮਰਿਆਦਾ ਦੇ ਵਿੱਚ ਲਿਖਿਆ ਗਿਆ ਕਿ ਕੁੜੀ ਮਾਰ, ਨੜੀ ਮਾਰਨ ਨਾਲ ਕੋਈ ਸੰਬੰਧ ਨਹੀਂ ਰੱਖਣਾ, ਹੈ ਨਾ, ਕਿਸੇ ਨਾਲ ਸੰਬੰਧ ਨਹੀਂ ਰੱਖਣਾ। ਸਾਡੇ ਗੁਰੂਆਂ ਦਾ ਕਹਿਣਾ ਹੈ ਕਿ ਇਹ ਗੁਰੂ ਤੇਗ ਬਹਾਦਰ ਸਾਹਿਬ ਤੋਂ ਅਸੀਂ ਇਹ ਲੈਂਦੇ ਹਾਂ ਕਿ ਜੇ ਦੂਜੇ ਨਾਲ ਵੀ ਕੋਈ ਵਿਤਕਰਾ ਹੁੰਦਾ ਹੈ, ਦੁਨੀਆ 'ਚ ਕਿਤੇ ਵੀ ਕੋਈ ਜੁਰਮ ਹੁੰਦਾ ਹੈ, ਕਿਤੇ ਵੀ ਕੋਈ ਇਲਜ਼ਾਮ ਲੱਗਦਾ, ਅਸੀਂ ਉਹਦੇ ਨਾਲ ਖੜੇ ਹੋਣਾ ਹੈ। ਅਸੀਂ ਸੱਤਾ ਸਾਡੀ ਜਾਵੇ ਜਾਂ ਰਹੇ। ਕਿ ਜੇ ਕੁੜੀ ਕਿਤੋਂ ਹੋਰ ਆ ਜਾਂਦੀ ਹੈ, ਕਿਸੇ ਹੋਰ ਧਰਮ ਦੀ, ਕਿਸੇ ਹੋਰ ਸੂਬੇ ਦੀ, ਕਿਸੇ ਹੋਰ ਬੋਲੀ, ਤੁਹਾਨੂੰ ਫਿਰ ਘੱਟ ਇਤਰਾਜ਼ ਨਹੀਂ, ਫਿਰ ਤੁਹਾਡਾ ਕੰਮ ਚੱਲਦਾ ਹੈ ਮਤਲਬ ਜਿਹੜੇ ਨੇ। ਅਤੇ ਜੇ ਕੋਈ ਮੁੰਡਾ ਕਿਤੋਂ ਹੋਰ ਆ ਜਾਂਦਾ ਹੈ ਤਾਂ ਉਹਦੇ 'ਤੇ ਇਤਰਾਜ਼ ਕਾਫੀ ਵੱਧ ਜਾਂਦਾ ਕਿ ਜੰਮੂ ਕਸ਼ਮੀਰ 'ਚ ਰਹਿੰਦੇ ਹੀ ਕਿੰਨੇ ਸਿੱਖਾਂ ਨੇ ਕਿੰਨੀਆਂ ਮੁਸਲਿਮ ਕੁੜੀਆਂ ਨਾਲ ਜਿਹੜੇ ਲਵ ਮੈਰਿਜ ਕਰਾਈ ਹੈ ਜਾਂ ਮੈਰਿਜ ਹੋਈ ਹੈ, ਉਹ ਗਿਣਤੀ ਵੱਧ ਹੈ। ਉਪਕਾਰ ਅਲਾਇੰਸ ਦੀ ਪਿਛਲੇ ਦਿਨੀ ਪ੍ਰਧਾਨ ਮੰਤਰੀ ਮੋਦੀ ਨਾਲ ਮੀਟਿੰਗ ਹੁੰਦੀ ਹੈ। ਇਹ ਗੱਲ ਚੱਲਦੀ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਬਹਾਲ ਕੀਤੀ ਜਾਵੇਗੀ ਔਰ ਉਸ ਤੋਂ ਥੋੜ੍ਹੇ ਦਿਨਾਂ ਬਾਅਦ ਇਹ ਮਾਮਲਾ ਉਠਾਇਆ ਜਾਂਦਾ ਹੈ। ਕੀ ਉਸ ਨਾਲ ਵੀ ਕੋਈ ਕੜੀ ਜੁੜਦੀ ਹੈ? ਕਿ 2022 ਦੀ ਯੂਪੀ ਇਲੈਕਸ਼ਨ ਆ ਰਹੀ ਹੈ ਅਤੇ ਬੀਜੇਪੀ ਤਾਣਾ ਬਾਣਾ ਉਹਨਾਂ ਇਲੈਕਸ਼ਨਾਂ ਲਈ ਬਣ ਰਹੀ ਹੈ। ਵੱਡਾ ਇਹ ਹੈ, ਇਹਦੀ ਨਹੀਂ। ਜਿਹੜਾ ਹਿੰਦੂ ਮੁਸਲਿਮ ਯੂਪੀ 'ਚ ਜੇ ਨਹੀਂ ਬਣਦਾ ਤਾਂ ਬੀਜੇਪੀ ਨਹੀਂ ਜਿੱਤ ਸਕਦੀ ਕਿਸੇ ਗਰੁੱਪ 'ਚ। ਉਹਨੂੰ ਢਾਹ ਲਾਈ ਹੈ ਕਿਸਾਨ ਅੰਦੋਲਨ ਨੇ। ਉਹ ਜਿਹੜਾ ਸਵਾਲ ਹੈ, ਜਿਹੜਾ ਇਹ ਯੂਪੀ ਦੇ ਵਿੱਚ ਜਿਹੜਾ ਲਵ ਜਿਹਾਦ ਦਾ ਸਵਾਲ ਹੈ, ਉਹ ਟੋਟਲ ਹਿੰਦੂ ਤਵੀ ਜਿਹੜੀ ਸਿਆਸਤ ਹੈ ਓਵਰਆਲ ਜਾਂ ਕਲਚਰਲ ਨੈਸ਼ਨਲਿਜ਼ਮ ਹੈ, ਸੱਭਿਆਚਾਰਕ ਰਾਸ਼ਟਰਵਾਦ ਦਾ ਜਿਹੜਾ ਇੱਕ ਕਨਸੈਪਟ ਹੈ, ਧਾਰਨਾ ਹੈ, ਇਹ ਉਹਦੇ ਦਾਇਰੇ ਦੀਆਂ ਹੀ ਬ੍ਰਾਂਚਾਂ ਨੇ ਅਸਲ ਦੇ ਵਿੱਚ। ਉਹਦੇ ਤਹਿਤ ਹੀ ਇਹ ਚੀਜ਼ਾਂ ਅੱਗੇ ਵਧਾਈਆਂ ਜਾ ਰਹੀਆਂ ਨੇ। ਦੁਨੀਆ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸਾਹਿਲ। ਪਿਛਲੇ ਦਿਨੀ ਕਸ਼ਮੀਰ ਦੇ ਵਿੱਚ ਸਿੱਖ ਲੜਕੀਆਂ ਦੇ ਜਬਰੀ ਧਰਮ ਪਰਿਵਰਤਨ ਔਰ ਉਹਨਾਂ ਦੇ ਵਿਆਹ ਕਰਨ ਦਾ ਮਾਮਲਾ ਸਾਹਮਣੇ ਆਇਆ ਸੀਗਾ, ਜਿਸ ਤੋਂ ਬਾਅਦ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਖਲ ਦਿੱਤਾ ਗਿਆ। ਮਨਜਿੰਦਰ ਸਿੰਘ ਸਿਰਸਾ ਕਸ਼ਮੀਰ ਪਹੁੰਚੇ ਔਰ ਇਹ ਕਿਹਾ ਗਿਆ ਕਿ ਉਸ ਲੜਕੀਆਂ ਨੂੰ ਉਹਨਾਂ ਤੋਂ ਛੁਡਵਾਇਆ ਗਿਆ ਔਰ ਵਾਪਸ ਜਿਹੜਾ ਦਿੱਲੀ ਲਿਆਂਦਾ ਗਿਆ। ਇਹ ਸਾਰਾ ਮਾਮਲਾ ਕੀ ਹੈ, ਇਸ ਬਾਰੇ ਗੱਲਬਾਤ ਕਰਨ ਲਈ ਅੱਜ ਅਸੀਂ ਪਹੁੰਚੇ ਹਾਂ ਚੰਡੀਗੜ੍ਹ। ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਹਮੀਰ ਸਿੰਘ ਜੀ ਹੋਰਾਂ ਨਾਲ ਗੱਲਬਾਤ ਕਰ ਲਈ। ਹਮੀਰ ਸਿੰਘ ਜੀ, ਬਹੁਤ ਸਵਾਗਤ ਹੈ ਤੁਹਾਡਾ। ਜੀ ਸ਼ੁਕਰੀਆ ਸਾਹਿਬ। ਸੋ ਸਭ ਤੋਂ ਪਹਿਲਾਂ ਅਸੀਂ ਜਾਣਨਾ ਚਾਹੁੰਦੇ ਕਿ ਪੂਰਾ ਮਾਮਲਾ ਕੀ ਹੈ ਜੀ? ਕਸ਼ਮੀਰ ਦੇ ਵਿੱਚ ਕਿਹਾ ਜਾ ਰਿਹਾ ਕਿ ਸਿੱਖ ਲੜਕੇ ਦਾ ਜਬਰੀ ਧਰਮ ਪਰਿਵਰਤਨ ਕੀਤਾ ਜਾ ਰਿਹਾ, ਉਹਨਾਂ ਦਾ ਜਬਰੀ ਵਿਆਹ ਕਰਵਾਇਆ ਜਾ ਰਿਹਾ। ਇਹ ਪੂਰਾ ਮਾਮਲਾ ਕੀ ਹੈ ਜੀ? ਵੈਸੇ ਤਾਂ ਕਨਸੈਪਟ ਦੇ ਤੌਰ ਤੇ ਜਿਹੜਾ ਧਰਮ ਜਾਂ ਮੈਰਿਜ ਦਾ ਸਵਾਲ ਹੈ ਜਾਂ ਇੱਕ ਦੂਜੇ ਨਾਲ ਹੈ, ਇਹ ਮੈਨੂੰ ਲੱਗਦਾ ਕਿ ਬੜਾ ਹੀ ਫਿਊਡਲ ਤੇ ਜਗੀਰੂ ਟਾਈਪ ਦਾ ਇੱਕ ਕਨਸੈਪਟ ਹੈ। ਦੂਜੇ ਪਾਸੇ ਅਸੀਂ ਇਹ ਵੀ ਕਹਿ ਰਹੇ ਹਾਂ ਕਾਨੂੰਨੀ ਤੌਰ ਤੇ ਵੀ, ਸੰਵਿਧਾਨਕ ਤੌਰ ਤੇ ਔਰ ਇਖਲਾਕੀ ਤੌਰ ਤੇ ਕਿ ਦੋ ਬਾਲਗ ਬੰਦੇ ਜਿਹੜੇ ਉਹ ਕਿਸੇ ਨਾਲ ਵੀ ਇੱਕ ਦੂਜੇ ਨਾਲ ਮੈਰਿਜ ਕਰਾਉਂਦੇ ਨੇ ਤਾਂ ਉਹਨਾਂ ਨੂੰ ਹੱਕ ਹੈ, ਇਹ ਕੋਈ ਬੜੀ ਗੱਲ ਨਹੀਂ ਜੇ ਜਨਰਲ ਆਪਾਂ ਵਰਤਾਰਾ ਦੇਖਦੇ ਹਾਂ ਤਾਂ। ਪਰ ਉਸ ਵਰਤਾਰੇ ਦੇ ਵਿੱਚ ਵੀ ਨਾਲ ਦੀ ਨਾਲ ਹਾਂ, ਜੇ ਕਿਸੇ ਨਾਲ ਕੋਈ ਜ਼ਬਰਦਸਤੀ ਹੁੰਦੀ ਹੈ, ਜ਼ਬਰਦਸਤੀ ਇੰਡੀਵਿਜੂਅਲ ਨਾਲ ਹੋਏਗੀ ਔਰ ਜੇ ਜ਼ਬਰਦਸਤੀ ਇੰਡੀਵਿਜੂਅਲ ਨਾਲ ਹੁੰਦੀ ਹੈ ਤਾਂ ਉਹ ਇੰਡੀਵਿਜੂਅਲ ਸ਼ਿਕਾਇਤ ਕਰੇਗਾ ਜਾਂ ਉਹਦਾ ਕੋਈ ਰਿਲੇਟਿਵ ਸ਼ਿਕਾਇਤ ਕਰੇਗਾ। ਅਤੇ ਜਦੋਂ ਉਹ ਸ਼ਿਕਾਇਤ ਕਰਦਾ ਤਾਂ ਕਾਨੂੰਨ ਹੈ ਉਹਦੇ ਮਾਮਲੇ ਦੇ ਵਿੱਚ, ਸਮਾਜ ਹੈ, ਏਜੰਸੀਆਂ ਨੇ, ਉਹ ਸਰਗਰਮ ਹੁੰਦੀਆਂ ਨੇ। ਪਰ ਜੇਕਰ ਕਿਸੇ ਖਾਸ ਮਾਮਲਿਆਂ ਦੇ ਵਿੱਚ ਇਹ ਹੁੰਦਾ ਹੈ ਕਿ ਉਹ ਬੰਦੇ ਜਿਨ੍ਹਾਂ ਨੇ ਮੈਰਿਜ ਕਰਾਈ ਹੈ ਉਹ ਕਹਿੰਦੇ ਨੇ ਕਿ ਸਾਨੂੰ ਕੋਈ ਸ਼ਿਕਾਇਤ ਨਹੀਂ ਹੈ, ਅਸੀਂ ਮਿਊਚੁਅਲ ਜਾਂ ਆਪਸੀ ਸਹਿਮਤੀ ਨਾਲ ਇੱਕ ਸ਼ਾਦੀ ਕਰਾ ਰਹੇ ਹਾਂ ਇੱਕ ਦੂਜੇ ਨਾਲ, ਕੋਈ ਦਿੱਕਤ ਨਹੀਂ ਹੈ। ਹਾਂ, ਉਹਨਾਂ ਨੇ ਇੱਕ ਮਾਹੌਲ ਕ੍ਰੀਏਟ ਕਰਨਾ ਹੁੰਦਾ ਕਿ ਉਹ ਆਪਣੀ ਆਜ਼ਾਦ, ਕਿਸੇ ਤੋਂ ਡਰ ਕੇ ਤਾਂ ਨਹੀਂ ਬਿਆਨ ਦੇ ਰਹੇ, ਕਿਸੇ ਤੋਂ ਸਹਿਮ ਕੇ ਤਾਂ ਨਹੀਂ ਬਿਆਨ ਦੇ ਰਹੇ, ਅਦਾਲਤ ਦੇ ਵਿੱਚ ਵੀ ਜਾਂ ਵੱਖ-ਵੱਖ ਥਾਵਾਂ ਦੇ ਉੱਤੇ। ਔਰ ਜੇ ਉਹ ਮਾਹੌਲ ਹੈ ਉਸ ਪੱਧਰ ਦੇ ਉੱਤੇ ਤਾਂ ਮੈਨੂੰ ਲੱਗਦਾ ਜਿਹੜੀ ਦਖਲ ਅੰਦਾਜ਼ੀ ਹੁੰਦੀ ਹੈ ਇੱਕ ਅਲੱਗ ਤਰ੍ਹਾਂ ਦੀ, ਬਿਨਾਂ ਕਿਸੇ ਦੀ ਰਾਏ ਜਾਣੇ ਜਾਂ ਜ਼ਬਰਦਸਤੀ ਇਮੋਸ਼ਨਲੀ, ਉਹ ਕਾਫੀ ਹੱਦ ਤੱਕ
ਇੱਕ ਸੁਪਰਫਿਸ਼ਲ ਟਾਈਪ ਦਾ ਉਪਰੀ ਕਿਸਮ ਦਾ ਟਕਰਾਅ ਪੈਦਾ ਕਰ ਦਿੰਦੀ ਹੈ ਜਿਹੜੀ ਹਕੀਕਤ ਦੇ ਨਾਲ ਮੈਚ ਨਹੀਂ ਕਰਦੀ। ਔਰ ਇਹ ਤੋਂ ਪਹਿਲਾਂ ਇੱਕ ਰੌਲਾ ਪਿਆ ਸੀ ਪਾਕਿਸਤਾਨ ਦੇ ਵਿੱਚ। ਪਾਕਿਸਤਾਨ ਦੇ ਵਿੱਚ ਉਹ ਕੁੜੀ ਦਾ ਬੜਾ ਮਾਮਲਾ, ਬਾਅਦ ਦੇ ਵਿੱਚ ਉਹ ਤੱਥ ਹੋਰ ਤਰ੍ਹਾਂ ਦੇ ਨਿਕਲੇ। ਇਸ ਲਈ ਕਈਆਂ ਨੇ ਇਹ ਵੀ ਕਿਹਾ ਕਿ ਪਹਿਲਾਂ ਘੱਟੋ ਘੱਟ ਇਮੀਡੀਏਟ ਰਿਐਕਟ ਕਰਨ ਤੋਂ ਪਹਿਲਾਂ ਜਾਂ ਪ੍ਰਤੀਕਿਰਿਆ ਦੇਣ ਤੋਂ ਪਹਿਲਾਂ ਉਹਦੀ ਛਾਣਬੀਣ ਕਰ ਲੈਣੀ ਕਿਸੇ ਵੀ ਮੁੱਦੇ ਦੀ ਬੜੀ ਜ਼ਰੂਰੀ ਹੁੰਦੀ ਹੈ। ਤੇ ਜਦੋਂ ਤੁਸੀਂ ਕੇਵਲ ਜਜ਼ਬਾਤ ਦੇ ਕੰਧਾੜੇ ਚੜ੍ਹਦੇ ਹੋ ਉਦੋਂ ਤੁਹਾਡੇ ਕੋਲ ਇਹ ਟਾਈਮ ਨਹੀਂ ਹੁੰਦਾ ਕਿ ਤੁਸੀਂ ਜਜ਼ਬਾਤ ਮਤਲਬ ਦੇਖੋ, ਤੱਥ ਦੇਖੋ, ਬਾਕੀ ਗੱਲਾਂ ਕਰੋ। ਉਦੋਂ ਬਾਅਦ ਜੀ ਇਸ ਮਾਮਲੇ ਵਿੱਚ ਵੀ ਜਿਹੜਾ ਸੋਸ਼ਲ ਮੀਡੀਆ ਤੇ ਵੇਖੇ ਜਾਂ ਆਮ ਰਹੇ ਦੋ ਧੜਿਆਂ ਵਿੱਚ ਵੰਡੇ ਹੋਏ ਲੋਕ। ਇੱਕ ਪਾਸੇ ਕਿਹਾ ਜਾ ਰਿਹਾ ਕਿ ਨਹੀਂ ਲੜਕੀ ਨੇ ਆਪਦੀ ਮਰਜ਼ੀ ਨਾਲ ਵਿਆਹ ਕਰਵਾਇਆ, ਖੁਦ ਸਾਹਮਣੇ ਵੀ ਆਈ ਆ। ਇੱਕ ਪਾਸੇ ਕਿਹਾ ਜਾ ਰਿਹਾ ਕਿ ਨਹੀਂ, ਇਹ ਕਾਨੂੰਨ ਲਿਆਂਦਾ ਜਾਵੇ, ਇਹ ਮੰਗ ਉਠਾਈ ਜਾ ਰਹੀ ਕਿ ਕਾਨੂੰਨ ਲਿਆਂਦਾ ਜਾਵੇ, ਐਂਟੀ ਕਨਵਰਜਨ ਲਾਅ ਲਿਆਂਦਾ ਜਾਵੇ। ਨਹੀਂ, ਉਹ ਲਾਅ ਤਾਂ ਆਪਣੇ ਆਪ ਦੇ ਵਿੱਚ ਵੀ ਜਿਹੜਾ ਇਹੋ ਜਿਹਾ ਲਾਅ ਲਿਆਉਣ ਦਾ ਸਵਾਲ ਹੈ, ਫਿਰ ਉਹ ਫਰੀਡਮ ਆਫ ਰਿਲੀਜਨ ਦੀ ਆਜ਼ਾਦੀ ਕਿੱਥੇ ਹੈ? ਮੰਨ ਲਓ ਮੈਂ ਕਿਸੇ ਵੀ ਫੀਲਡ 'ਚ ਮੈਂ ਅੱਜ ਆ ਕੇ ਜਾਂ 10 ਸਾਲ ਨੂੰ ਜਾ ਕੇ ਮੇਰਾ ਮਨ ਮੰਨਦਾ ਕਿ ਮੈਂ ਤਾਂ ਜੀ ਧਰਮ ਬਦਲਣਾ, ਮੈਨੂੰ ਇਹ ਦੇਸ਼ 'ਚ ਵੀ ਫਰੀਡਮ ਹੈ, ਸੰਵਿਧਾਨ 'ਚ ਵੀ ਫਰੀਡਮ ਹੈ ਤੇ ਮੇਰਾ ਹੱਕ ਵੀ ਹੈ। ਮੈਂ ਬਦਲ ਲਿਆ ਤਾਂ ਫਿਰ ਤੁਸੀਂ ਉਹ ਲਾਅ ਲਿਆ ਕੇ ਕੀ ਕਹੋਗੇ? ਮਤਲਬ ਜ਼ਬਰਦਸਤੀ, ਕੋਈ ਜ਼ਬਰਦਸਤੀ ਥੋੜ੍ਹੀ ਕਰ ਰਿਹਾ। ਕੱਲ੍ਹ ਨੂੰ ਉਹਨਾਂ ਬੰਦਿਆਂ ਦੇ ਹੱਥ 'ਚ ਹਥਿਆਰ ਦੇ ਦਿੰਦਾ ਜਿਹੜੇ ਬੰਦੇ ਪਾਵਰ 'ਚ ਨੇ, ਜਿਹੜੇ ਬੰਦੇ ਇੱਕ ਉਸ ਲੈਵਲ ਦਾ ਉਹਦਾ ਦੁਰਵਰਤੋਂ ਕਰ ਸਕਦੇ ਨੇ ਤੇ ਬਾਰ-ਬਾਰ ਚੀਜ਼, ਜਿਵੇਂ ਹੁਣ ਕਿੰਨੇ ਹੀ ਕਾਨੂੰਨ ਲਿਆਂਦੇ ਗਏ। 295 ਇਹਦੇ ਵਿੱਚ ਜੋੜਤਾ ਜੀ, ਇਹਨੂੰ ਉਮਰ ਕੈਦ ਦੀ ਸਜ਼ਾ ਹੋ ਜੇ ਧਾਰਮਿਕ ਤੌਰ ਤੇ ਕਿਸੇ ਨੇ ਇੱਧਰ ਉੱਧਰ ਨਹੀਂ ਕੀਤੀ। ਜੇ ਅਸੀਂ ਪੁਰਾਣੀ ਫਿਲਾਸਫੀ ਦੇਖੀਏ, ਜਿਵੇਂ ਫਿਲਾਸਫਿਕਲੀ ਜਦੋਂ ਗੱਲਾਂ ਆਉਂਦੀਆਂ ਨੇ, ਆਜ਼ਾਦ ਖਿਆਲਾਤ ਦੀਆਂ ਗੱਲਾਂ ਆਉਂਦੀਆਂ ਨੇ, ਜੇ ਗੁਰੂ ਨਾਨਕ ਸਾਹਿਬ ਦੀ ਗੱਲ ਕਰੀਏ ਤੇ ਉਹਨਾਂ ਨੇ ਕਿੰਨੇ ਕੰਟਰਾਸਟ ਔਰ ਕਈ ਸਖਤ ਸ਼ਬਦਾਵਲੀ ਵੀ, ਠੀਕ ਹੈ ਲਹਿਜਾ ਉਹਦਾ ਨਰਮ ਹੋ ਸਕਦਾ ਪਰ ਸ਼ਬਦਾਵਲੀ ਇੰਨੀ ਸਖਤ ਹੈ। ਤੇ ਜਦੋਂ ਹਿੰਦੂ ਅੰਨਾ ਤੁਰਕ ਕਾਣੇ ਤੋਂ ਲੈ ਕੇ ਕਿੰਨੀਆਂ ਚੀਜ਼ਾਂ ਮਤਲਬ ਕਹਿ ਕੇ ਚੀਜ਼ਾਂ ਕਰਦੇ ਨੇ, ਤਾਂ ਮਤਲਬ ਉਦੋਂ ਲੋਕ ਬਰਦਾਸ਼ਤ ਕਰਦੇ ਸੀ। ਉਦੋਂ ਤਾਂ ਫਾਂਸੀ ਨਹੀਂ ਚੜਾਇਆ ਕਿਸੇ ਨੇ, ਉਦੋਂ ਤਾਂ ਕਿਸੇ ਨੇ ਗੋਲੀ ਨਹੀਂ ਮਾਰੀ ਤੇ ਇੱਕ ਸੰਵਾਦ ਹੁੰਦਾ ਸੀ। ਉਹ ਉਹਨੂੰ ਜਵਾਬ ਦੇਣਗੇ ਤੇ ਉਹਨਾਂ ਨੂੰ ਜਵਾਬ ਦੇ ਦੇਣਗੇ। ਇਹੀ ਇੱਕ ਸੁਸਾਇਟੀ ਦੀ ਖੂਬਸੂਰਤੀ ਹੈ। ਹਾਂ, ਕਿਸੇ ਨਾਲ ਕੋਈ ਜਬਰੀ ਹੁੰਦੇ ਕੋਈ ਗੱਲ ਉਹ ਅਲੱਗ ਹੈ। ਇਹ ਕਾਨੂੰਨ ਇਹ ਤੋਂ ਪਹਿਲਾਂ ਕਾਨੂੰਨ ਥੋੜ੍ਹੇ ਨੇ। ਇਹ ਕਾਨੂੰਨ ਦੀ ਜਿਹੜੀ ਮੰਗ ਕੀਤੀ ਜਾ ਰਹੀ ਹੈ, ਜਿਹੜੀ ਪੰਜਾਬ ਦੇ ਵਿੱਚ ਜਾਂ ਬਾਕੀ ਜਗ੍ਹਾ, ਮੈਂ ਜਥੇਦਾਰ ਅਕਾਲ ਤਖਤ ਦੀ ਚਿੱਠੀ ਵੀ ਦੇਖੀ ਹੈ ਉਹੀ, ਜਿਹਦੇ 'ਚ ਲਿਖਿਆ ਕਿ ਯੂਪੀ ਦੀ ਤਰਜ਼ 'ਤੇ ਉਹ ਕਾਨੂੰਨ ਬਣਾਇਆ ਜਾਵੇ। ਲਗਭਗ ਉਹੀ ਜਿਹੀ ਕਾਨੂੰਨ ਦੀ 3 ਦਿਨ ਪਹਿਲਾਂ ਪੰਜਾਬ ਦੇ ਗਵਰਨਰ ਨੂੰ ਰਾਸ਼ਟਰੀ ਸਿੱਖ ਸੰਗਤ ਨੇ ਵੀ ਮੈਮੋਰੰਡਮ ਦਿੱਤਾ, ਜਿਹੜੀ ਕਿ RSS ਦਾ ਸਿੱਖਾਂ 'ਚੋਂ ਇੱਕ ਵਿੰਗ ਉਹਨੇ ਖੜਾ ਕੀਤਾ ਹੋਇਆ, ਜਿਹੜਾ ਖਾਲਸਾ ਪੰਥ ਦੇ 300 ਸਾਲਾਂ 'ਤੇ ਖੜਾ ਕੀਤਾ ਸੀ 1999 'ਚ। ਤੇ ਇੱਕ ਵੀ ਇੱਧਰ ਵੀ ਇੱਕ ਤੋੜ ਦੋ ਬ੍ਰਾਂਚ, ਜਿਹੜੀ ਬ੍ਰਾਂਚ ਉਸ ਪਾਸੇ ਵੱਲ ਚੱਲੇ। ਉਹ ਜਿਹੜਾ ਸਵਾਲ ਹੈ, ਜਿਹੜਾ ਇਹ ਯੂਪੀ ਦੇ ਵਿੱਚ ਜਿਹੜਾ ਲਵ ਜਿਹਾਦ ਦਾ ਸਵਾਲ ਹੈ, ਉਹ ਟੋਟਲ ਹਿੰਦੂ ਤਵੀ ਜਿਹੜੀ ਸਿਆਸਤ ਹੈ ਓਵਰਆਲ, ਜਾਂ ਕਲਚਰ ਨੈਸ਼ਨਲਿਜ਼ਮ ਹੈ, ਸੱਭਿਆਚਾਰਕ ਰਾਸ਼ਟਰਵਾਦ ਦਾ ਜਿਹੜਾ ਇੱਕ ਕਨਸੈਪਟ ਹੈ, ਧਾਰਨਾ ਹੈ, ਇਹ ਉਹਦੇ ਦਾਇਰੇ ਦੀਆਂ ਹੀ ਬ੍ਰਾਂਚਾਂ ਨੇ ਅਸਲ ਦੇ ਵਿੱਚ। ਉਹਦੇ ਤਹਿਤ ਹੀ ਇਹ ਚੀਜ਼ਾਂ ਅੱਗੇ ਵਧਾਈਆਂ ਜਾ ਰਹੀਆਂ ਨੇ। ਚਾਹੇ ਉਹ ਖਾਣ ਪੀਣ ਦੇ ਸਵਾਲ ਹੋਤੇ ਹੋਵੇ, ਗਊ ਪ੍ਰੋਟੈਕਸ਼ਨ ਦੇ ਐਕਟ ਆ ਗਏ, ਗਊ ਪ੍ਰੋਟੈਕਸ਼ਨ ਦੀ ਸਜ਼ਾ ਦੇਤੀ ਤੁਸੀਂ ਉਸ ਮਾਮਲੇ ਦੇ ਵਿੱਚ, ਔਰ ਦੂਜਿਆਂ ਨੂੰ ਤੁਸੀਂ ਕੀ ਖਾਣਾ ਹੈ, ਕੀ ਪਹਿਨਣਾ ਹੈ, ਤੇ ਉਹ ਸਾਰੀਆਂ ਚੀਜ਼ਾਂ ਕਰ ਲਈਆਂ। ਉੱਥੋਂ ਹੀ ਸ਼ਬਦ ਲਵ ਜਿਹਾਦ ਦਾ ਆਇਆ ਤੇ ਉੱਥੋਂ ਹੀ ਇਹ ਕਾਨੂੰਨ ਨਿਕਲਿਆ ਕਿ ਅਸੀਂ ਇਸ ਲੈਵਲ ਤੇ ਨਹੀਂ ਕੰਮ ਕਰਨ ਦੇਣਾ ਤੁਹਾਡਾ, ਔਰ ਉੱਥੋਂ ਹੀ ਆਹ ਸਾਰੀਆਂ ਗੱਲਾਂ ਆਈਆਂ। ਚਾਹੇ ਕਰੋਨਾ ਦੇ ਵਿੱਚ ਵੀ ਈਵਨ ਜੇ ਕਿਸੇ ਪੱਤਰਕਾਰ ਨੇ ਵੀ ਸਟੋਰੀ ਛਾਪਤੀ ਵੀ ਇਹ ਗੱਲ ਇਹ ਆ ਉਹ ਮਰਿਆ ਬੰਦਾ ਆਕਸੀਜਨ ਦੀ ਕਮੀ ਕਰਕੇ ਹੈ, ਜਾਂ ਫਲਾਣਾ ਦੂਜੇ ਧਰਮ ਦਾ ਹੋਵੇ, ਉਹਦੇ ਤੇ ਵੀ UAPA ਲਾਤਾ ਕਿ ਤੁਸੀਂ ਤਾਂ ਜੀ ਬਦਨਾਮ ਕਰ ਰਹੇ ਹੋ ਸਰਕਾਰ ਨੂੰ, ਇੱਕ ਧਾਰਮਿਕ ਪਤਾ ਨਹੀਂ ਕੀ ਪਾੜਾ ਖੜਾ ਕਰ ਰਹੇ ਹੋ ਉਸ ਪੱਧਰ ਦੇ ਉੱਤੇ। ਇਹ ਇੱਕ ਉਸੇ ਨਰਿੰਕੁਸ਼ ਟਾਈਪ ਦੀ ਸਟੇਟ ਦਾ ਸਵਾਲ ਹੈ, ਸਟੇਟ ਦੇ ਹੱਥ 'ਚ ਉਹ ਹਥਿਆਰ ਦੇਣ ਦਾ ਸਵਾਲ ਹੈ, ਜਾਂ ਉਸ ਐਲੀਮੈਂਟ ਉਹਨਾਂ ਤੱਤਾਂ ਦੇ ਹੱਥ 'ਚ ਉਹ ਹਥਿਆਰ ਦੇਣ ਦਾ ਸਵਾਲ ਹੈ ਜਿਹੜੇ ਕਿਸੇ ਵੀ ਰੂਪ ਦੇ ਵਿੱਚ ਕਿਸੇ ਵੰਨ-ਸਵੰਨਤਾ ਨੂੰ, ਕਿਸੇ ਬਖਰੇਵੇਂ ਨੂੰ, ਕਿਸੇ ਵੱਖਰੀ ਸੋਚ ਨੂੰ ਪ੍ਰਵਾਨ ਨਹੀਂ ਕਰ ਸਕੇ ਰਾਜੀ, ਉਹ ਹੈ। ਔਰ ਇਹਦੇ 'ਚ ਹੁਣ ਜਿਹੜਾ ਖਾਸ ਤੌਰ 'ਤੇ ਸਿੱਖ ਸੱਭਿਆਚਾਰ ਦਾ ਸਵਾਲ ਹੈ, ਜਦੋਂ ਪਹਿਲਾਂ ਇਹ ਬੜਾ ਵੱਡਾ ਇਸ਼ੂ ਉੱਠਿਆ ਸੀ ਆਰੀਆ ਸਮਾਜੀਆਂ ਨਾਲ ਗਿਆਨੀ ਦਿੱਤ ਸਿੰਘ ਦਾ, ਇੰਨੀ ਲੰਮੀ ਡਿਬੇਟ ਹੋਈ, ਉਹਨੇ ਕਿਹਾ ਕਿ ਅਸੀਂ ਹਿੰਦੂ ਕਿਉਂ ਨਹੀਂ ਹਾਂ। ਫਿਰ ਉਹਨਾਂ ਤੋਂ ਬਾਅਦ ਰੌਲਾ ਪਿਆ, ਫਿਰ ਵੀ ਪੈਂਦਾ ਰਿਹਾ। ਫਿਰ ਭਾਈ ਕਾਨ ਸਿੰਘ ਨਾਭਾ ਨੇ ਲਿਖਿਆ ਹਮ ਹਿੰਦੂ ਨਹੀਂ, ਉਹ ਕਿਤਾਬ ਲਿਖੀ ਤੇ ਉਹਦੇ 'ਚ ਵੀ ਦੱਸਿਆ ਕਿ ਸਾਡਾ ਆਈਡੀਓਲੋਜੀਕਲੀ ਜਾਂ ਬਾਕੀ ਜਗ੍ਹਾ 'ਚ ਫਰਕ ਕੀ ਨੇ ਵੱਖ-ਵੱਖ ਟਾਈਪ ਦੇ। ਤੇ ਉਹ ਜਿਹੜਾ ਇੰਨਾ ਮੋਕਲਾ ਤੇ ਇੰਨਾ ਵਿਸ਼ਾਲ ਜਿਹੜਾ ਸਰਬੱਤ ਦੇ ਭਲੇ ਦੇ ਕਨਸੈਪਟ ਵਾਲਾ ਇੱਕ ਰਿਲੀਜਨ ਸੀ, ਜਿਹਨੇ ਪ੍ਰੈਕਟੀਕਲੀ ਲੋਕਾਂ ਨੂੰ ਆਜ਼ਾਦ, ਪੁਜਾਰੀਆਂ ਤੋਂ ਵੀ ਆਜ਼ਾਦ ਕੀਤਾ, ਵਿਚੋਲਿਆਂ ਤੋਂ ਵੀ ਆਜ਼ਾਦ ਕੀਤਾ, ਵੱਖ-ਵੱਖ ਟਾਈਪ ਦੇ ਆਜ਼ਾਦ ਕੀਤਾ। ਤਾਂ ਹੁਣ ਇਹ ਇਹਨਾਂ ਕਾਨੂੰਨਾਂ ਤਹਿਤ ਉਹੀ ਪੁਜਾਰੀ ਕਲਚਰ, ਉਹੀ ਜਿਹੜਾ ਕੋਈ IGPC ਦਾ ਬਣ ਜੂ ਜਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਣ ਜੂ, ਇਹ ਸੇਮ ਕਿਤੇ ਨਾ ਕਿਤੇ ਕਈ ਲੋਕ ਤਾਂ ਇਹ ਕਹਿੰਦੇ ਨੇ ਕਿ ਜਾਣਬੁੱਝ ਕੇ ਇਹ ਟਰੈਪ RSS ਦੇ ਫਸੇ ਹੋਏ ਨੇ ਟਰੈਪ 'ਚ। ਕਈ ਇਹ ਕਹਿੰਦੇ ਨੇ
ਕਿ ਅਣਜਾਣੇ ਤੌਰ ਤੇ ਫਸੇ ਨੇ, ਪਰ ਚਾਹੇ ਅਣਜਾਣੇ ਤੌਰ ਤੇ ਫਸੇ ਨੇ ਚਾਹੇ ਜਾਣ-ਬੁੱਝ ਕੇ ਫਸੇ ਨੇ। ਇਹ ਹੈ ਆਰਐਸਐਸ ਦਾ ਏਜੰਡਾ ਹੈ। ਇਹ ਏਜੰਡਾ ਮੇਰੇ ਖਿਆਲ ਹੈ ਸਿੱਖੀ ਦਾ ਏਜੰਡਾ ਜਾਂ ਬਾਕੀ ਨਾਰਮਲ ਏਜੰਡਾ ਲੋਕਾਂ ਦਾ ਨਹੀਂ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਉੱਥੇ ਪਹੁੰਚੇ, ਪਰਮਜੀਤ ਸਿੰਘ ਸਰਨਾ ਵੀ ਉੱਥੇ ਪਹੁੰਚੇ ਔਰ ਉਹਨਾਂ ਨੇ ਅਮਿਤ ਸ਼ਾਹ ਨੂੰ ਇਸ ਮਾਮਲੇ 'ਚ ਜਿਹੜਾ ਦਖਲ ਦੇਣ ਦੀ ਉਹ ਗੱਲ ਕਹੀ ਕਿ ਕਿਤੇ ਨਾ ਕਿਤੇ ਮਨਜਿੰਦਰ ਸਿੰਘ ਸਿਰਸਾ ਹੋਰੀ ਬੀਜੇਪੀ ਦੀ ਆਰਐਸਐਸ ਦੀ ਬੁੱਕਲ ਵਿੱਚ ਤਾਂ ਨਹੀਂ ਖੇਡ ਰਹੇ। ਨਹੀਂ, ਜੇ ਜਾਣ ਕੇ ਖੇਡਦੇ ਨੇ ਜਾਂ ਅਣਜਾਣੇ ਉਹ ਤਾਂ ਹੈਗਾ ਹੀ ਹੈ। ਉਹਦਾ ਸਵਾਲ ਇਹ ਹੈ ਕੇਵਲ ਕਿ ਲੈਫਟੀਨੈਂਟ ਗਵਰਨਰ ਬੜਾ ਫਟਾਫਟ ਟਾਈਮ ਦੇਊਗਾ ਤੇ ਕਿਉਂਕਿ ਜਥੇਦਾਰ ਅਕਾਲ ਤਖਤ ਦੀ ਚਿੱਠੀ ਲਿਖ ਕੇ ਲਗਾਇਆ ਲੈਫਟੀਨੈਂਟ ਗਵਰਨਰ ਨੂੰ। ਵੈਸੇ ਤਾਂ ਸਿੱਖੀ 'ਚ ਕਿ ਵੀ ਲੈਫਟੀਨੈਂਟ ਗਵਰਨਰ ਨੂੰ ਉਹਨੇ ਐਕਸੀਲੈਂਸੀ ਸ਼ੋਅ ਕੀਤਾ। ਉਹ ਕਹਿੰਦੇ ਨੇ ਵੀ ਅਸੀਂ ਰੂਹਾਨੀਅਤ ਲਾਈਫ ਦੇ ਵਿੱਚ ਜਥੇਦਾਰ ਤੋਂ ਵੱਡਾ ਕੋਈ ਨਹੀਂ, ਕਿਸੇ ਨੂੰ ਵੀ ਉਹ ਇਹ ਸੰਬੋਧਨ ਨਹੀਂ ਕਰੂਗਾ ਇਸ ਐਂਗਲ ਦਾ। ਪਹਿਲਾਂ ਤਾਂ ਉਹਦਾ ਕੱਦ ਲਿਆ ਕੇ ਤੁਸੀਂ ਕਿੰਨਾ ਛੋਟਾ ਬਣਾਤਾ ਹੈ, ਜਿਹੜੀ ਸੰਬੋਧਿਤ ਕਰਨ ਦਾ ਇੱਕ ਤਰੀਕਾ ਹੈ ਜਿਹੜੀ ਤੁਸੀਂ ਚਿੱਠੀ ਲੈ ਕੇ ਗਏ ਹੋ। ਤੇ ਮਨਜਿੰਦਰ ਸਿਰਸਾ ਇਕੱਲਾ ਕਰ ਲੈਂਦਾ ਉਹ ਅਲੱਗ ਸਵਾਲ ਸੀ, ਜਥੇਦਾਰ ਦਾ ਇੱਕ ਉਹਦਾ ਹੋਰ ਟਾਈਪ ਦਾ ਹੁੰਦਾ ਤੇ ਉਹਨੂੰ ਤੁਸੀਂ ਵਿੱਚ ਇਨਵੋਲਵ ਕਰ ਲਿਆ। ਅਮਿਤ ਸ਼ਾਹ ਤਾਂ ਕੱਛਾ ਮਜਾਉਂਦਾ ਹੋਣਾ ਇਸ ਗੱਲ 'ਤੇ ਵੀ ਚਲੋ ਇਹ ਵੀ ਆਪਣੇ ਟ੍ਰਾਈਬ 'ਚ ਫਸ ਗਏ ਜੇ ਇਹ ਕਹਿੰਦੇ ਨੇ ਕੱਲ੍ਹ ਨੂੰ ਮੁਸਲਮਾਨ। ਔਰ ਦੂਜੀ ਗੱਲ ਤੁਸੀਂ ਲੋਕਲ ਬੰਦਿਆਂ ਦਾ ਵੀ ਧਿਆਨ ਦਿਓ। ਲੋਕਲ ਜਿਹੜੀ ਕਸ਼ਮੀਰੀ ਲੀਡਰਸ਼ਿਪ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਅਸੀਂ ਇੱਥੇ ਰਹਿਣਾ, ਇੱਥੇ ਦੀ ਅਸੀਂ ਮਿਨੋਰਟੀ, ਸਾਡਾ ਐਡਾ ਟਕਰਾਅ ਪੈਦਾ ਨਾ ਕਰੋ ਤਾਂ ਕਿ ਕਿਤੇ ਕੱਲ੍ਹ ਨੂੰ ਸਾਡੇ ਲਈ ਸੰਕਟ ਜਿਹੜਾ ਉਸ ਲੈਵਲ ਦਾ ਖੜਾ ਹੋ ਜਾਂਦਾ। ਤੇ ਬਾਹਰਲੇ ਬੰਦੇ ਹਮੇਸ਼ਾ ਹੀ ਹੋਰ ਤਰ੍ਹਾਂ ਬਿਹੇਵ ਕਰਦੇ ਨੇ ਤੇ ਲੋਕਲ ਬੰਦੇ, ਮੈਨੂੰ ਲੱਗਦਾ ਕਿ ਲੋਕਲ ਬੰਦਿਆਂ ਦੀ ਮਰਜ਼ੀ ਦੇ ਨਾਲ ਜੋ ਹੋਣਾ ਚਾਹੀਦਾ। ਜਿਵੇਂ ਹੁਣ ਉਹ ਕੁੜੀ ਨੂੰ ਲੈ ਕੇ ਦਿੱਲੀ ਚਲੇ ਗਏ, ਦਿੱਲੀ ਜਾ ਕੇ ਰਸਤੇ 'ਚ ਇੱਕ ਮੁੰਡਾ ਵੀ ਲੱਭ ਲਿਆ, ਮੁੰਡਾ ਲੱਭ ਕੇ ਉਹਦਾ ਦੂਜਾ ਵਿਆਹ ਵੀ ਕਰਾਤਾ। ਇਹ ਕਦੇ ਦੀਨ ਦੁਨੀਆ 'ਚ ਕਿਵੇਂ ਹੈ? ਕਿਹੜੀ ਸਿੱਖੀ ਦੇ ਐਂਗਲ ਤੋਂ ਤੁਸੀਂ ਇਹ ਗੱਲ ਕਰ ਰਹੇ ਹੋ? ਤੁਸੀਂ ਜੇ ਮੰਨ ਲਓ ਤੁਹਾਡੀ ਗੱਲ ਠੀਕ ਹੈ, ਤੁਸੀਂ ਕੁੜੀ ਲੈ ਆਏ, ਉਹਨੂੰ 2 ਮਹੀਨੇ 4 ਮਹੀਨੇ ਸੋਚਣ ਦਾ ਮੌਕਾ ਦਿਓ। ਤੁਸੀਂ ਕਹਿੰਦੇ ਹੋ ਟਰਾਮਾ 'ਚ ਹੈ ਜੀ, ਉੱਥੇ ਤਾਂ ਜ਼ਬਰਦਸਤੀ ਉਹ ਡਰ ਤੇ ਸਹਿਮ 'ਚ ਹੈ ਤੇ ਇੱਕੋ ਦਮ ਸਹਿਮ ਕਿਵੇਂ ਨਿਕਲ ਗਿਆ ਆ ਕੇ, ਤੇ ਉਹਨੂੰ ਤੁਸੀਂ ਮੌਕਾ ਦਿਓਗੇ ਫਿਰ ਉਹ ਦੇਖ ਲੂਗੀ ਕਿ ਕੀ ਕਰਨਾ, ਉੱਥੇ ਲਿਜਾਣਾ ਜਾਂ ਨਹੀਂ ਲਿਜਾਣਾ। ਹਾਲਾਂਕਿ ਉਸੇ ਕੁੜੀ ਬਾਰੇ ਵੀ ਇਹ ਕਿਹਾ ਜਾਂਦਾ ਵੀ ਜਦੋਂ ਉੱਥੇ ਪੁਲਿਸ ਦੇ ਸਾਹਮਣੇ ਵੀ ਉਹਨੂੰ ਲੈ ਕੇ ਗਏ ਤੇ ਉੱਥੇ ਵੀ ਉਹਨੇ ਇਹੀ ਬਿਆਨ ਦਿੱਤਾ ਕਿ ਮਰਜ਼ੀ ਮੁਤਾਬਕ ਹੈ। ਇਹ ਕਹਿੰਦੇ ਨੇ ਕਿ ਉਹ ਕੁੜੀ ਮਾਨਸਿਕ ਤੌਰ ਤੇ ਨਹੀਂ ਪ੍ਰੋਪਰ ਠੀਕ, ਤੇ ਅਲੱਗ ਗੱਲ ਹੈ। ਹੁਣ ਉਹ ਉਹਨਾਂ ਦੀ ਕਹਿਣੀ ਹੈ, ਸੱਚ ਉਵੇਂ ਤਾਂ ਨਹੀਂ ਨਾ ਹੋਣਾ ਜਿਵੇਂ ਵੀ ਤੁਸੀਂ ਕਹਿਣੀ ਦੇ ਤੌਰ ਤੇ ਗੱਲ ਕਰਦੇ ਹੋ। ਸਮਾਜ ਦੇ ਵਿੱਚ ਜਿਹੜਾ ਕੱਟੜਪੁਣੇ ਦਾ ਮਾਹੌਲ ਹੈ, ਜਿਸ ਲੈਵਲ ਦਾ ਅਮਿਤ ਸ਼ਾਹ ਜਾਂ ਆਰਐਸਐਸ ਜਾਂ ਬੀਜੇਪੀ ਪੈਦਾ ਕਰ ਰਹੀ ਹੈ, ਔਰ ਉਹ ਕਿਤੇ ਨਾ ਕਿਤੇ ਜਿਹੜੇ ਸਿੱਖਾਂ ਦਾ ਇੱਕ ਬਹੁਤ ਵੱਡਾ ਗਰੁੱਪ ਹੈ, ਉਹ ਜਿਹੜਾ ਮਹਿਸੂਸ ਕਰ ਰਿਹਾ ਕਿ ਆਰਐਸਐਸ ਵਿਚਾਰਧਾਰਕ ਤੌਰ ਤੇ ਸਾਨੂੰ ਗਰਾਸਪ ਕਰਨਾ ਚਾਹੁੰਦੀ ਹੈ। ਲੜਾਈ 'ਚ ਤਾਂ ਕਰ ਨਹੀਂ ਸਕਦੀ ਕਿਉਂਕਿ ਲੜਾਈ 'ਚ ਤੇ ਉੱਧਰ ਖੜ ਜਾਂਦੀ ਹੈ, ਮੁੜ ਕੇ ਸਾਹਮਣੇ ਘੱਟ ਗਿਣਤੀ ਹੋਣ ਦੇ ਬਾਵਜੂਦ ਵੀ ਲੜਨ ਨੂੰ ਖੜ ਜਾਂਦੀ ਹੈ। ਪਰ ਉਹ ਉਸ ਤਰੀਕੇ ਦੇ ਨਾਲ ਜਜ਼ਬ ਕਰਨਾ ਕਿ ਤੁਸੀਂ ਇਹੋ ਜਿਹਾ ਇੱਕ ਮਾਹੌਲ ਬਣਾ ਦਿਓ ਜਿਹਦੇ 'ਚ ਉਹ ਆਪੀ ਉਹ ਮੰਗਾਂ ਕਰਨ ਲੱਗ ਜਾਣ ਜਿਹੜੀਆਂ ਮੰਗਾਂ ਤੁਸੀਂ ਕਰਦੇ ਹੋ। ਜਿਵੇਂ ਸਪੋਜ਼ ਕਰੋ ਸਿੱਖਾਂ ਦੀ ਨੁਮਾਇੰਦਾ ਜਮਾਤ ਦੇ ਤੌਰ ਤੇ ਅਕਾਲੀ ਦਲ ਸਭ ਤੋਂ ਬੜੀ ਜਮਾਤ ਮੰਨੀ ਜਾਂਦੀ ਸੀ ਸ਼ੁਰੂ 'ਚ। 1920 ਤੋਂ ਲੈ ਕੇ ਜਿਹੜੇ ਬਹੁਤ ਵੱਡੇ ਤਿਆਗ ਵੀ ਕੀਤੇ, ਕੁਰਬਾਨੀਆਂ ਵੀ ਕੀਤੀਆਂ, ਕੋਈ ਦੋ ਰਾਮਾ ਨਹੀਂ। ਪਰ ਅੱਜ ਕੱਲ੍ਹ ਅਕਾਲੀ ਦਲ ਜਿਹੜਾ ਪਿਛਲੇ ਘੱਟੋ ਘੱਟ 20 ਸਾਲਾਂ ਤੋਂ ਜਿਸ ਲੈਵਲ ਦਾ ਬਣ ਗਿਆ ਸੀ, ਇੱਕ ਪਰਿਵਾਰ ਦਾ ਅਕਾਲੀ ਦਲ ਬਣ ਗਿਆ, ਤਾਂ ਉਹ ਅਕਾਲੀ ਦਲ ਕੀ ਸਿੱਖ ਵਿਚਾਰਧਾਰਾ ਦੇ ਮੁਤਾਬਕ ਸਟੈਂਡ ਲੈ ਰਿਹਾ ਜਾਂ ਹਿੰਦੂਤਵ ਦੇ ਮੁਤਾਬਕ? ਉਹਨੇ ਬਾਬਰੀ ਮਸਜਿਦ ਦਾ ਵਿਰੋਧ ਨਹੀਂ ਕੀਤਾ ਢਾਉਣ ਦਾ। ਉਸ ਅਕਾਲੀ ਦਲ ਨੇ 370 ਧਾਰਾ ਖਤਮ ਕਰਤੀ, ਜੰਮੂ ਕਸ਼ਮੀਰ ਦਾ ਵਿਸ਼ੇਸ਼ ਰਾਜ ਦਾ ਦਰਜਾ, ਜਿਹੜਾ ਉਸ ਵਿਸ਼ੇਸ਼ ਰਾਜ ਦੇ ਦਰਜੇ ਵਰਗੇ ਅਨੰਦਪੁਰ ਸਾਹਿਬ ਦੇ ਮਤੇ ਤੇ ਮੋਰਚਾ ਲਾ ਕੇ ਲੜਾਈ ਲੜਦਾ ਰਿਹਾ, ਜੇਲ੍ਹਾਂ 'ਚ ਗਏ ਬੰਦੇ, ਤੇ ਉਹਦੀ ਪਾਰਟੀ ਪਾਰਲੀਮੈਂਟ ਦੇ ਵਿੱਚ ਸਟੈਂਡ ਇਹ ਲੈਂਦੀ ਹੈ ਕਿ 370 ਠੀਕ ਹੈ। ਉਹਦੀ ਪਾਰਟੀ ਸਟੈਂਡ ਲੈਂਦੀ ਹੈ ਨਾਗਰਿਕ ਸੋਧ ਬਿੱਲ ਠੀਕ ਹੈ, ਉਹਦੇ ਪੱਖ ਦੇ ਵਿੱਚ ਵੋਟ ਪਾਉਂਦੀ ਹੈ। ਤਾਂ ਉਹਦੇ 'ਚੋਂ ਲੋਕ ਅਕਾਲੀ ਦਲ 'ਤੇ ਸਵਾਲ ਕਰਦੇ ਰਹੇ ਨੇ। ਫਿਰ ਇਹ ਵੀ ਉਹੋ ਜਿਹੇ ਸਵਾਲ ਹੈ ਜਿਹੜੇ ਉਹ ਪੋਲੀਟੀਕਲ ਸਵਾਲ ਨੇ, ਵਿਚਾਰਧਾਰਕ ਸਵਾਲ ਨੇ ਕਿ ਤੁਸੀਂ ਆਪਣਾ ਅਕਾਲੀ ਦਲ ਨੇ ਐਮਰਜੈਂਸੀ ਦਾ ਵਿਰੋਧ ਕੀਤਾ, 19 ਮਹੀਨੇ ਜਥੇ ਜਾਂਦੇ ਰਹੇ ਗ੍ਰਿਫਤਾਰੀ ਲਈ। ਇਹ ਕੰਟਰੀ 'ਚ ਇੱਕੋ ਇੱਕ ਧਿਰ ਸੀ ਜਿਹਦੇ ਜਥੇ ਇਸ ਰੂਪ 'ਚ ਜਾਂਦੇ ਰਹੇ। ਇੰਦਰਾ ਗਾਂਧੀ ਨੇ ਇਹਨਾਂ ਨੂੰ ਸੱਦਾ ਦਿੱਤਾ ਕਿ ਤੁਸੀਂ ਪੰਜਾਬ 'ਚ ਰਾਜ ਕਰੀ ਜਾਓ, ਤੁਹਾਡੇ ਤੋਂ ਤੁਸੀਂ ਕੀ ਲੈਣਾ, ਤੁਸੀਂ ਇਹ ਪੰਗਾ ਛੱਡੋ ਸਾਡੇ ਨਾਲ। ਪਰ ਉਦੋਂ ਜੋ ਸਟੈਂਡ ਲਿਆ, ਉਦੋਂ ਦੀ ਲੀਡਰਸ਼ਿਪ ਨੇ ਇਹ ਲਿਆ ਕਿ ਨਹੀਂ, ਸਾਡੇ ਗੁਰੂਆਂ ਦਾ ਕਹਿਣਾ ਹੈ ਕਿ ਇਹ ਗੁਰੂ ਤੇਗ ਬਹਾਦਰ ਸਾਹਿਬ ਤੋਂ ਅਸੀਂ ਇਹ ਲੈਂਦੇ ਹਾਂ ਕਿ ਜੇ ਦੂਜੇ ਨਾਲ ਵੀ ਕੋਈ ਵਿਤਕਰਾ ਹੁੰਦਾ ਹੈ, ਦੁਨੀਆ 'ਚ ਕਿਤੇ ਵੀ ਕੋਈ ਜੁਰਮ ਹੁੰਦਾ ਹੈ, ਕਿਤੇ ਵੀ ਕੋਈ ਇਲਜ਼ਾਮ ਲੱਗਦਾ, ਅਸੀਂ ਉਹਦੇ ਨਾਲ ਖੜੇ ਹੋਣਾ ਹੈ, ਅਸੀਂ ਸੱਤਾ ਸਾਡੀ ਜਾਵੇ ਜਾਂ ਰਹੇ। ਉਦੋਂ ਦਾ ਦੇਖੋ ਕਿ ਇਹ ਅਖਲਾਕੀ ਸਟੈਂਡ ਹੈ, ਐਡਾ ਵੱਡਾ ਮੋਰਲ ਸਟੈਂਡ ਹੈ। ਤੇ ਅੱਜ ਦਾ ਸਟੈਂਡ ਕੀ ਹੈ? ਇਦੋਂ ਪਹਿਲਾਂ ਵੀ ਈਵਨ ਗੁਰੂਆਂ ਤੋਂ ਲੈ ਕੇ ਜਿਹੜਾ ਬੰਦਾ ਦਿੱਲੀ ਦਰਬਾਰ ਨਾਲ ਲੜ ਕੇ ਉਹਨਾਂ ਦੇ ਮੁੰਡੇ ਹੀ ਕਈਆਂ ਦੇ ਭੱਜੇ ਆ ਗਏ, ਉਹਨਾਂ ਨਾਲ ਵੀ ਉਹ ਖੜੇ ਵੀ ਇਹ ਸਾਡੇ ਕੋਲ ਆਇਆ, ਕੋਈ ਗੱਲ ਨਹੀਂ, ਤੇਰੇ ਨਾਲ ਦੁਸ਼ਮਣੀ ਮੁੱਲ ਲੈਣਾ ਠੀਕ ਹੈ, ਪਰ ਕਿਉਂਕਿ ਸਹਾਇਤਾ ਲਈ ਆਇਆ ਅਸੀਂ ਇਹਦੇ ਨਾਲ ਖੜੇ ਹੋਏ ਹਾਂ। ਇਹ ਇੱਕ ਕਲਚਰ ਹੈ। ਇਸ ਇਸ਼ੂ ਦੀ ਟਾਈਮਿੰਗ ਵੇਖੀਏ ਜੀ, ਗੁਪਕਾਰ ਅਲਾਇੰਸ ਦੀ ਪਿਛਲੇ ਦਿਨੀ ਪ੍ਰਧਾਨ ਮੰਤਰੀ ਮੋਦੀ ਨਾਲ ਮੀਟਿੰਗ ਹੁੰਦੀ ਹੈ, ਇਹ ਗੱਲ ਚੱਲਦੀ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਬਹਾਲ ਕੀਤੀ ਜਾਵੇਗੀ, ਔਰ ਉਸ ਤੋਂ ਥੋੜੇ ਦਿਨਾਂ ਬਾਅਦ ਇਹ ਮਾਮਲਾ ਉਠਾਇਆ ਜਾਂਦਾ ਹੈ। ਕੀ ਉਸ ਨਾਲ ਵੀ ਕੋਈ ਕੜੀ ਜੁੜਦੀ ਹੈ ਜੀ? ਮੈਨੂੰ ਲੱਗਦਾ ਦੋ ਕੜੀਆਂ ਜੁੜਦੀਆਂ ਨੇ। ਇੱਕ ਤਾਂ ਇਹ ਹੈਗਾ ਹੀ ਹੈ
ਕਿ ਮੋਦੀ ਸਰਕਾਰ ਦਾ ਜਿਹੜਾ ਅਗਸਤ ਦੇ ਵਿੱਚ ਇਹ ਫੈਸਲਾ ਸੀ 5 ਅਗਸਤ ਨੂੰ 15 ਅਗਸਤ ਨੂੰ 19 ਨੂੰ ਉਹ ਜਿਹੜਾ ਫੈਸਲਾ 5 ਅਗਸਤ ਨੂੰ ਉਹ 2 ਸਾਲ ਲਗਭਗ ਹੋਣ ਵਾਲੇ ਨੇ ਉਹ ਫਲॉप ਸਿੱਧ ਹੋ ਗਿਆ। ਉਹਨੇ 3 ਗੱਲਾਂ ਕੀਤੀਆਂ ਸੀ। ਇੱਕ ਗੱਲ ਇਹ ਕੀਤੀ ਸੀ ਕਿ ਅਸੀਂ ਨਵੀਂ ਲੀਡਰਸ਼ਿਪ ਉਭਾਰਾਂਗੇ, ਇਹ ਲੀਡਰਸ਼ਿਪ ਤਾਂ ਚੋਰ ਹੈ, ਡਿਫੰਕਟ ਹੈ, ਇਹ ਤਾਂ ਦੇਸ਼ ਧਰੋਹੀ ਹੈ। ਦੂਜਾ ਉਹਨੇ ਇਹ ਕਿਹਾ ਸੀ ਕਸ਼ਮੀਰ ਦੀ ਜਿਹੜਾ ਵਿਕਾਸ ਆ ਉਹ ਬੁਲੰਦੀਆਂ ਤੇ ਪਹੁੰਚਾ ਦਾਂਗੇ ਤੇ ਅਸੀਂ ਉਸ ਪੱਧਰ ਤੇ। ਤੀਜਾ ਉਹਨੇ ਕਿਹਾ ਸੀ ਟੈਰਰਿਜ਼ਮ ਬਿਲਕੁਲ ਖਤਮ ਕਰ ਦਾਂਗੇ। ਇਹ ਤਿੰਨੋਂ ਮੰਚਾਂ ਤੇ ਟੋਟਲੀ ਫਲॉप ਹੋਈ। ਅੱਜ ਉਹਨਾਂ ਲੀਡਰਾਂ ਨਾਲ ਹੀ ਗੱਲ, ਅੱਜ ਉਹਨਾਂ ਹੀ ਲੀਡਰਾਂ ਨੂੰ ਸੱਦਣਾ ਪੈ ਰਿਹਾ ਹੈ ਕਿ ਤੁਸੀਂ ਗੱਲਬਾਤ ਲਈ ਸੱਦੋ ਤੇ ਉਹਨਾਂ ਤੋਂ ਬਿਨਾਂ ਕੰਮ ਨਹੀਂ, ਕਿਉਂਕਿ ਇਹਨੇ ਚੋਣਾਂ ਲੜ ਕੇ ਦੇਖ ਲਈਆਂ। ਉਹ ਜਿਹੜੀਆਂ ਡਿਸਟ੍ਰਿਕਟ ਡਿਵੈਲਪਮੈਂਟ ਕੌਂਸਲਾਂ ਦੀਆਂ ਸੀ ਉੱਥੇ ਵੀ ਜੋ ਹਾਲ ਬੀਜੇਪੀ ਦਾ ਹੋਇਆ, ਜੰਮੂ 'ਚ ਕੁਛ ਸੀਟਾਂ ਉਹਨਾਂ ਨੂੰ ਆਈਆਂ, ਬਾਕੀ ਕਿਤੇ ਤਾਂ ਨਹੀਂ ਪੁੱਛਿਆ ਗਿਆ ਉਸ ਲੈਵਲ ਤੇ। ਤਾਂ ਇੱਕ ਤਾਂ ਇਹ ਹਾਰ ਹੈ, ਉਸ ਫੈਸਲੇ ਦੀ ਹਾਰ ਹੈ, ਉਸ ਅਪਰੋਚ ਦੀ ਹਾਰ ਹੈ ਕਿ ਤੁਸੀਂ ਉਹਨਾਂ ਨੂੰ ਦੁਬਾਰਾ ਸੱਦ ਰਹੇ ਹੋ। ਦੂਜੀ ਗੱਲ ਮੈਨੂੰ ਇਹ ਵੀ ਲੱਗਦਾ ਕਿ 2022 ਦੀ ਯੂਪੀ ਇਲੈਕਸ਼ਨ ਆ ਰਹੀ ਹੈ ਤੇ ਬੀਜੇਪੀ ਤਾਣਾ ਬਾਣਾ ਉਹਨਾਂ ਇਲੈਕਸ਼ਨਾਂ ਲਈ ਬਣ ਰਹੀ ਹੈ। ਵੱਡਾ ਇਹ ਹੈ, ਇਹਦੀ ਨਹੀਂ ਹੈ। ਇੱਧਰ ਤਾਂ ਇਹ ਦੁਨੀਆ ਨੂੰ ਦਿਖਾਉਣ ਲਈ ਕਿ ਉਹਨਾਂ ਨਾਲ ਅਸੀਂ ਗੱਲ ਕਰ ਰਹੇ ਹਾਂ, ਇਹਦੇ ਵਿੱਚੋਂ ਹੀ ਹਿੰਦੂ ਵਰਸਜ ਮੁਸਲਮ, ਘੱਟ ਗਿਣਤੀਆਂ ਦੂਜਿਆਂ ਨੂੰ ਵੀ ਮੁਸਲਮ ਦੇ ਖਿਲਾਫ ਜਿਹੜਾ ਹਿੰਦੂ ਮੁਸਲਮ ਯੂਪੀ 'ਚ ਜੇ ਨਹੀਂ ਬਣਦਾ ਤਾਂ ਬੀਜੇਪੀ ਨਹੀਂ ਜਿੱਤ ਸਕਦੀ ਕਿਸੇ ਵੀ ਰੂਪ 'ਚ। ਉਹਨੂੰ ਢਾਹ ਲਾਈ ਹੈ ਕਿਸਾਨ ਅੰਦੋਲਨ ਨੇ ਵੀ, ਕਿਉਂਕਿ ਜਿਹੜਾ ਮੁਸਲਮ ਕਿਸਾਨ ਬਹੁਤ ਵੱਡੀ ਗਿਣਤੀ ਦੇ ਵਿੱਚ ਹੈ ਤੇ ਦੂਜਾ ਹੈ, ਤੇ ਉਹ ਜਦੋਂ ਇਕੱਠੇ ਹੁੰਦੇ ਨੇ ਆਪਸ ਦੇ ਵਿੱਚ ਤਾਂ ਬੀਜੇਪੀ ਨੂੰ ਇਹ ਲੱਗਦਾ ਕਿ ਮੇਰੇ ਲਈ ਖਤਰਾ ਹੈ, ਪੋਲੀਟੀਕਲੀ ਖਤਰਾ ਹੈ। ਇੱਕ ਤਾਂ ਉਹ ਵਰਤਾਂਤ ਕਿਵੇਂ ਤੋੜਿਆ ਜਾਏ ਤੇ ਨਵਾਂ ਕਿਵੇਂ ਲਿਆਂਦਾ ਜਾਏ। ਉਹ ਸ਼ਾਇਦ ਜੇ ਉਹ ਆਪ ਤੋੜਦੀ ਹੈ ਹੁਣ ਸਿੱਧੇ ਤੌਰ ਤੇ ਤਾਂ ਉਹਨੂੰ ਮੁਸ਼ਕਲ ਕੰਮ ਲੱਗਦਾ, ਤੇ ਜੋ ਥਰੂ ਸਿੱਖ ਜਾਂ ਬਾਕੀ ਮਿਨੋਰਟੀ ਦੇ ਤੋੜਦੀ ਹੈ ਤਾਂ ਇਹ ਗੱਲ ਥੋੜੀ ਵਜਨਦਾਰ ਹੋ ਜਾਂਦੀ ਹੈ ਵੀ ਦੇਖੋ ਜੀ ਇਹ ਤਾਂ ਇਹੋ ਜਿਹੇ ਬੰਦੇ ਨੇ, ਐਂ ਕਰਦੇ ਨੇ, ਉੱਥੇ ਐਗਜ਼ਾਮਪਲ ਦੇਣਗੇ। ਮਤਲਬ ਇਹ ਅਗਲੇ 6 ਮਹੀਨੇ ਦਾ ਏਜੰਡਾ ਹੈ, ਕੋਈ ਅੱਜ ਦਾ ਏਜੰਡਾ ਨਹੀਂ ਹੈ ਇਕੱਲਾ। ਔਰ ਯੂਪੀ ਦੀ ਵੋਟ ਦੇ ਪਿਛਲੇ 2-3 ਦਿਨਾਂ ਤੋਂ ਕਈ ਹਮਲੇ ਵੀ ਹੋ ਗਏ ਤੁਹਾਡੇ ਸਾਹਮਣੇ, ਵੀ ਅੱਤਵਾਦੀ ਹਮਲਾ ਹੋ ਗਿਆ ਜੀ, ਫਲਾਨਾ ਹਮਲਾ ਹੋ ਗਿਆ ਜੀ, ਇਹ ਵੀ ਕਰਾਉਣਗੇ। ਇਹ ਬਾਰਡਰ ਤੇ ਵੀ ਹੋ ਸਕਦਾ ਹੈ ਕੋਈ ਕਲੈਸ਼ ਹੋ ਜੇ, ਇਸ ਲੈਵਲ ਦਾ ਕਰਾਉਣ ਦੀ ਕੋਸ਼ਿਸ਼ ਹੋਵੇ। ਤੇ ਇਹ ਸਾਰਾ ਲਵ ਜਿਹਾਦ ਤੋਂ ਲੈ ਕੇ ਜਿਹੜੇ ਮੁੱਦੇ ਨੇ, ਮੈਨੂੰ ਇਹ ਇਲੈਕਸ਼ਨ ਦਾ ਇੱਕ ਏਜੰਡਾ ਲੱਗਦਾ, ਡਿਜ਼ਾਈਨ ਲੱਗਦਾ ਉਦੋਂ ਵੀ ਵੱਡਾ ਜਿਹੜਾ ਬਾਕੀ ਦੇ ਕੰਮਾਂ ਦੇ ਮੁਕਾਬਲੇ ਹੈ। ਔਰ ਉਹਨੂੰ ਉਹ ਵਰਤ ਰਹੇ ਨੇ ਆਪਣੇ ਤਰੀਕੇ ਨਾਲ। ਇਹ ਸਾਰੇ ਬੰਦਿਆਂ ਨੂੰ, ਜਿਹੜੇ ਵੀ ਬੰਦੇ ਉਹਨਾਂ ਦੇ ਮਤਲਬ ਪਹੁੰਚ ਤੱਕ ਹੋਣਗੇ ਜਾਂ ਜਿਹੜੇ ਬੰਦੇ ਨੂੰ ਉਸ ਸਮੇਂ ਤੱਕ ਵਰਤਿਆ ਜਾ ਸਕਦਾ ਕਿਸੇ ਵੀ ਰੂਪ ਦੇ ਵਿੱਚ, ਉਹਨੂੰ ਪਤਾ ਹੈ। ਨਹੀਂ ਪਤਾ, ਜੇ ਤਾਂ ਨਹੀਂ ਪਤਾ ਤਾਂ ਨਲਾਇਕੀ 'ਚ ਵਰਤੇ ਜਾ ਰਹੇ ਨੇ, ਤੇ ਜੇ ਪਤਾ ਹੈ ਤਾਂ ਫਿਰ ਉਹ ਪੇ ਰੋਲ ਵਾਲਾ ਕੰਮ ਹੋ ਜਾਂਦਾ ਤਾਂ ਉਸ ਰੂਪ ਦੇ ਵਿੱਚ ਵਰਤਿਆ ਜਾ ਰਿਹਾ। ਔਰ ਸਭ ਤੋਂ ਬੜਾ ਸਵਾਲ ਤਾਂ ਕਸ਼ਮੀਰੀ ਲੋਕ 2 ਸਾਲਾਂ ਤੋਂ ਇੱਕ ਖੁੱਲ੍ਹੀ ਜੇਲ੍ਹ ਦੇ ਵਿੱਚ ਨੇ। ਅਜੇ ਤੱਕ ਉਹਨਾਂ ਨੂੰ ਆਪਣੀ ਗੱਲ ਕਹਿਣ ਦਾ ਪੂਰਾ ਰਾਈਟ ਨਹੀਂ। ਅਜੇ ਤੱਕ ਹੈਵਿਸ ਕਾਰਪਸ ਜੋ ਪੈਂਦੀ ਹੈ ਉਹ ਜਾਨ ਮਾਲ ਦੀ ਰਾਖੀ ਹੁੰਦੀ ਹੈ ਤੇ ਤੁਰੰਤ ਸੁਣਵਾਈ ਹੁੰਦੀ ਹੈ ਤੇ ਸੁਪਰੀਮ ਕੋਰਟ 'ਚੋਂ ਪੈਂਡਿੰਗ ਹੈ। ਹਜੇ ਤੱਕ ਕੰਸਟੀਟਿਊਸ਼ਨਲ ਵੈਲਿਡਿਟੀ ਦੇ ਤੌਰ ਤੇ ਜੰਮੂ ਕਸ਼ਮੀਰ ਵਾਲਾ ਫੈਸਲਾ ਲੈ ਸਕਦੀ ਹੈ ਕੇਂਦਰ ਸਰਕਾਰ ਜਾਂ ਨਹੀਂ, ਤੇ ਜਿੱਦਣ ਉਹ ਤੇ ਸੁਣਵਾਈ ਹੋਊਗੀ ਚੱਜ ਨਾਲ ਤੇ ਲਗਭਗ ਉਹ ਟੁੱਟਣ ਦਾ ਖਤਰਾ ਹੈ, ਕਿਉਂਕਿ ਸੰਵਿਧਾਨਕ ਤੌਰ ਤੇ ਤਾਂ ਉਹ ਵੈਲਿਡ ਨਹੀਂ ਹੈ। ਇਸੇ ਕਰਕੇ ਉਹ ਪੈਂਡਿੰਗ ਚਲੀ ਜਾ ਰਿਹਾ, ਸੁਣਵਾਈ ਨਹੀਂ। ਆਹ 2 ਦਿਨ ਪਹਿਲਾਂ ਜਸਟਿਸ ਰਮੰਨਾ ਨੇ, ਜਿਹੜੇ ਚੀਫ ਜਸਟਿਸ ਨੇ, ਉਹਨਾਂ ਨੇ ਕਾਫੀ ਚੰਗੀਆਂ ਗੱਲਾਂ ਕੀਤੀਆਂ ਨੇ ਆਪਣੇ ਭਾਸ਼ਣ ਦੇ ਵਿੱਚ ਕਿ ਇਕੱਲਾ ਚੋਣ ਤੋਂ ਚੋਣ ਤੱਕ ਹੀ ਡੈਮੋਕ੍ਰੇਸੀ ਨਹੀਂ ਹੁੰਦੀ, ਡੈਮੋਕ੍ਰੇਸੀ ਦੇ ਵਿੱਚ ਅੰਦੋਲਨਾਂ ਦਾ ਕੀ ਰੋਲ ਹੁੰਦਾ ਹੈ, ਡੈਮੋਕ੍ਰੇਸੀ ਦੇ ਵਿੱਚ ਵੱਖ-ਵੱਖ ਧਰਮਾਂ ਦੀ ਆਜ਼ਾਦੀ ਦਾ, ਵੱਖ-ਵੱਖ ਬੋਲੀਆਂ ਦੀ ਆਜ਼ਾਦੀ ਦਾ, ਵੱਖ-ਵੱਖ ਲੋਕਾਂ ਦੀ ਇੰਡੀਵਿਜੂਅਲ ਆਜ਼ਾਦੀ ਦਾ ਕੀ ਰੋਲ ਹੁੰਦਾ। ਪਰ ਜੇ ਉਹ ਗਰਾਊਂਡ ਤੇ ਨਹੀਂ ਉਤਰਦਾ, ਜੇ ਉਸ ਲੈਵਲ ਦਾ ਇਕੱਲੇ ਭਾਸ਼ਣ ਦੀ ਬਜਾਏ ਫੈਸਲਿਆਂ 'ਚ ਨਹੀਂ ਉਤਰਦਾ, ਤਾਂ ਲਾਜ਼ਮੀ ਹੈ ਕਿ ਇੱਕ ਧਿਰ ਨੂੰ ਤੁਸੀਂ ਵੱਡੇ ਪੱਧਰ ਦੇ ਉੱਤੇ ਨੁਕਸਾਨ ਪਹੁੰਚਾ ਰਹੇ ਹੋ। ਡੈਮੋਕ੍ਰੇਟਿਕ ਕੰਟਰੀ ਦੇ ਵਿੱਚ ਉਹ ਸਾਰੀ ਧਿਰ ਜਿਨ੍ਹਾਂ ਦੀਆਂ ਕੁੜੀਆਂ, ਜਿਨ੍ਹਾਂ ਦੇ ਬਾਕੀ ਬੰਦਿਆਂ ਨਾਲ ਮਿਲਟਰੀ ਜਾਂ ਬਾਕੀ ਦੇ ਪੈਰਾਮਿਲਟਰੀ ਫੋਰਸਜ਼ ਨੇ ਜਬਰ ਜਨਾਹ ਕੀਤੇ ਨੇ, ਜਦੋਂ ਇਹ ਸਵਾਲ ਉਠਾਉਂਦੇ ਨੇ ਕਿ ਇਹਦਾ ਮੁੱਦਾ ਕਿੱਥੇ ਗਿਆ, ਇਹਦੇ ਤੇ ਵੀ ਕੋਈ ਜਾਂਚ ਕਰੋ, ਜੇ ਉਹ 'ਤੇ ਜਾਂਚ ਤੇ ਖਾਮੋਸ਼ੀ ਹੈ ਤਾਂ ਕੇਵਲ ਇੱਕ ਔਰਤ ਜਾਂ 2 ਔਰਤਾਂ ਤੇ ਬਾਕੀ ਦੇ ਤੌਰ ਤੇ ਗੱਲ ਕਰਨਾ ਥੋੜ੍ਹਾ ਜਿਹਾ ਐਂ ਨਹੀਂ ਲੱਗਦਾ ਵੀ ਇਹ ਕੋਈ ਤੁਹਾਡਾ ਔਰਤਾਂ ਦੇ ਬਾਰੇ, ਕੋਈ ਉਹਨਾਂ ਦੇ ਬਾਰੇ, ਉਹਨਾਂ ਦੇ ਸਨਮਾਨ ਦੇ ਬਾਰੇ ਤੁਸੀਂ ਕੋਈ ਗੱਲ ਕਰ ਰਹੇ ਹੋ, ਤੁਸੀਂ ਹੋਰ ਤਰ੍ਹਾਂ ਦੀ ਗੱਲ ਕਰ ਰਹੇ ਹੋ। ਜੇ ਆਪਾਂ ਸਿੱਖ ਧਰਮ ਦੀ ਗੱਲ ਕਰੀਏ, ਸਿੱਖੀ ਵਿਚਾਰਧਾਰਾ ਦੀ ਗੱਲ ਕਰੀਏ, ਤਾਂ ਕੀ ਇਤਿਹਾਸ ਦੇ ਵਿੱਚ ਕੋਈ ਜਿਹੇ ਉਦਾਹਰਨ ਮਿਲਦੇ ਨੇ ਜਿਹਦੇ ਵਿੱਚ ਕਿ ਅੰਤਰ ਜਾਤੀ ਜਾਂ ਅੰਤਰ ਧਰਮ ਵਿਆਹ ਜਿਹੜੇ ਉਹ ਕਰਵਾਏ ਗਏ ਨੇ? ਕੋਈ ਇੱਦਾਂ ਦੇ ਐਗਜ਼ਾਮਪਲ ਆਪਾਂ ਨੂੰ ਮਿਲਦੀ ਹੋਵੇ ਜਾਂ ਇਹਦੇ ਬਾਰੇ ਕੀ ਸੋਚਦੇ? ਦੇਖੋ, ਫਿਲਾਸਫੀਕਲੀ ਤਾਂ ਸਿੱਖ 'ਚ ਇਹ ਤਾਂ ਵੈਸੇ ਹੀ ਕਲੀਅਰ ਹੈ ਫਿਲਾਸਫੀਕਲੀ ਕਿ ਜਾਤ ਤਾਂ ਉਹਨੇ ਰੱਖਣੀ, ਉਹਨੇ ਜਾਤ ਤਾਂ ਜਿੱਦਣ ਅੰਮ੍ਰਿਤ ਛਕਿਆ ਸੀ ਉਹਦਾ ਪਹਿਲਾ ਸਭ ਤੋਂ ਬੁਨਿਆਦੀ ਫੰਡਾ ਇਹ ਸੀ ਕਿ ਅੱਜ ਤੋਂ ਬਾਅਦ ਤੇਰੀ ਜਾਤ ਨਹੀਂ ਹੈ ਤੇ ਜਾਤ ਤਾਂ ਖਤਮ ਹੈ ਮਤਲਬ। ਪਰ ਪ੍ਰੈਕਟਿਸ ਦੇ ਵਿੱਚ ਤਾਂ ਸਾਨੂੰ ਦਿਖਾਈ ਦੇ ਹੀ ਰਹੀ ਹੈ, ਪ੍ਰੈਕਟਿਸ 'ਚ ਉਹਨੇ ਨਹੀਂ। ਇਹ ਠੀਕ ਹੈ ਕਿ ਪੰਜਾਬ ਦੇ ਵਿੱਚ ਜਾਤ ਦਾ ਪਾੜਾ ਓਡਾ ਨਹੀਂ ਹੈ ਜਿੱਡਾ ਅਜੇ ਵੀ ਯੂਪੀ ਬਿਹਾਰ 'ਚ ਜਾਂ ਕਿਤੇ ਹੋਰ ਹੈ। ਉਹ ਐ ਨਹੀਂ ਕਿ ਉਸ ਅੰਦੋਲਨ ਦਾ ਅਸਰ ਨਹੀਂ, ਅਸਰ ਤਾਂ ਹੈਗਾ ਹੀ ਹੈ, ਪਰ ਅਜੇ ਵੀ ਪ੍ਰੈਕਟਿਸ ਦੇ ਵਿੱਚ ਸਾਨੂੰ ਅਲੱਗ ਸ਼ਮਸ਼ਾਨ ਘਾਟਾਂ ਦੇ ਰੂਪ 'ਚ, ਅਲੱਗ ਗੁਰਦੁਆਰਿਆਂ ਦੇ ਰੂਪ 'ਚ, ਅਲੱਗ-ਅਲੱਗ ਟਾਈਪ ਦੇ ਵਿਆਹ ਤਾਂ ਹੋ ਜੇ ਤਾਂ ਅਣਖ ਕਾਤਰ ਕਤਲ ਪੰਜਾਬ 'ਚ ਵੀ ਹੁੰਦੇ ਨੇ ਤੇ ਅਣਖ ਕਾਤਰ ਕਤਲ ਹਰਿਆਣੇ 'ਚ ਤਾਂ ਬਹੁਤ ਹੁੰਦੇ ਨੇ, ਬਾਕੀ ਜਗ੍ਹਾ ਵੀ ਜਿਹੜੇ ਸਾਡੇ ਸਾਹਮਣੇ ਹੁੰਦੇ ਨੇ।
ਇੰਟਰ ਰਿਲੀਜਨ ਮੈਨੂੰ ਲੱਗਦਾ ਕਿ ਪਹਿਲਾਂ ਸ਼ਾਇਦ ਬਹੁਤ ਜ਼ਿਆਦਾ ਇਸ ਤਰ੍ਹਾਂ ਕੇਸ ਨਹੀਂ ਆਏ, ਕਿਉਂਕਿ ਲੋਕਾਂ ਦੀ ਆਬਾਦੀ ਦਾ ਇੱਕ ਦੂਜੇ ਪ੍ਰਤੀ ਜਾਣਾ ਆਉਣਾ ਉਹ ਬੜਾ ਘੱਟ ਸੀ ਉਸ ਲੈਵਲ ਤੇ। ਅਗਲੀ ਗੱਲ ਇੱਕ ਹੋਰ ਵੀ ਸੀ ਕਿ ਜਿਹੜਾ ਕੁੜੀ ਮਾਰਨ ਦਾ ਕਨਸੈਪਟ ਹੈ ਇਹ ਬਹੁਤ ਪੁਰਾਣਾ ਹੈ, ਤੇ ਸ਼ਾਇਦ ਇਸੇ ਕਰਕੇ ਸਿੱਖ ਰਹਿਤ ਮਰਿਆਦਾ ਦੇ ਵਿੱਚ ਲਿਖਿਆ ਗਿਆ ਕਿ ਕੁੜੀ ਮਾਰ ਨੜੀ ਮਾਰਨ ਨਾਲ ਕੋਈ ਸੰਬੰਧ ਨਹੀਂ ਰੱਖਣਾ, ਹੈ ਨਾ, ਕਿਸੇ ਨਾਲ ਸੰਬੰਧ ਨਹੀਂ ਰੱਖਣਾ। ਤੇ ਜਿਹੜੇ ਥੋੜੇ ਜਿਹੇ ਵੱਡੀ ਉਮਰ ਦੇ ਬੰਦੇ ਨੇ ਉਹਨਾਂ ਨੇ ਸਭ ਨੇ ਦੇਖਿਆ ਆਪਣੇ ਪਰਿਵਾਰਾਂ ਦੇ ਵਿੱਚ ਕਿ 4-4 5-5 ਭਰਾ ਹੁੰਦੇ ਸੀ, 2 ਵਿਆਹੇ ਗਏ, 3 ਨਹੀਂ ਵੀ ਵਿਆਹੇ ਜਾਂਦੇ ਸੀ। ਇਹਦਾ ਮਤਲਬ ਕੁੜੀਆਂ ਦੀ ਕਮੀ ਇੰਨੀ ਸੀ ਉਸ ਸਮੇਂ ਤੋਂ ਵੀ। ਵਿਚਾਰ ਇੱਕ ਪਾਸੇ ਖੜਾ ਸੀ, ਪ੍ਰੈਕਟਿਸ ਦੂਜੇ ਪਾਸੇ ਜਿਹੜੀ ਨਜ਼ਰ ਆ ਰਹੀ ਸੀ ਉਸ ਪੱਧ ਤੇ। ਤੇ ਉਹ ਵੀ ਇੱਕ ਰੀਜਨ ਹੋਏਗਾ ਕਿ ਇਹ ਤਾਂ ਬਹੁਤ ਕੀਤਾ ਸਿੱਖਾਂ ਨੇ, ਸਿੱਖ ਪਰਿਵਾਰਾਂ ਨੇ ਵੀ। ਕੋਈ ਨੇਪਾਲੀ ਕੁੜੀ ਲਿਆਂਦੀ, ਕੋਈ ਕਿਤੋਂ ਬਿਹਾਰ ਤੋਂ, ਕੋਈ ਹੋਰ ਘਰ ਵਸਾਏ, ਜਿਹੜੇ ਕਹਿੰਦੇ ਨੇ ਘਰ ਵਸਾਓ ਲਿਆ ਕੇ ਆਪਾਂ, ਚਲੋ ਜੀ ਪਰਿਵਾਰ ਦੇ ਵਿੱਚ ਇਸ ਲੈਵਲ ਦੀਆਂ ਚੀਜ਼ਾਂ ਨੇ, ਉਹ ਬਹੁਤ ਨੇ ਇਹ ਜਿਹਾ। ਉਹਨੂੰ ਕਿਸੇ ਨੇ ਉਹ ਵੀ ਨਹੀਂ ਕੀਤਾ। ਇਹਦਾ ਮਤਲਬ ਕੀ ਹੋਇਆ ਕਿ ਜੇ ਕੁੜੀ ਕਿਤੋਂ ਹੋਰ ਆ ਜਾਂਦੀ ਹੈ, ਕਿਸੇ ਹੋਰ ਧਰਮ ਦੀ, ਕਿਸੇ ਹੋਰ ਸੂਬੇ ਦੀ, ਕਿਸੇ ਹੋਰ ਬੋਲੀ, ਤੁਹਾਨੂੰ ਫਿਰ ਘੱਟ ਇਤਰਾਜ਼ ਹੈ। ਇਤਰਾਜ਼ ਨਹੀਂ, ਫਿਰ ਤੁਹਾਡਾ ਕੰਮ ਚੱਲਦਾ ਹੈ ਮਤਲਬ ਜਿਹੜੇ ਨੇ। ਤੇ ਜੇ ਕੋਈ ਮੁੰਡਾ ਕਿਤੋਂ ਹੋਰ ਆ ਜਾਂਦਾ ਹੈ ਤਾਂ ਉਹਦੇ ਤੇ ਇਤਰਾਜ਼ ਕਾਫੀ ਵੱਧ ਜਾਂਦਾ ਹੈ। ਇਹ ਵੀ ਇੱਕ ਆਪਸਦਾਰੀ ਦੇ ਵਿੱਚ ਇੱਕ ਸੋਚ ਪ੍ਰਣਾਲੀ ਦਾ ਜਿਹੜੀ ਗੱਲ ਹੈ। ਔਰ ਜਿੰਨਾ ਫਿਲਾਸਫੀਕਲੀ ਕਲੀਅਰ ਵੈਸੇ ਸਿੱਖ ਧਰਮ ਹੈ ਮੇਰੇ ਖਿਆਲ ਉਹਨਾਂ ਅਜੇ ਉਹਦੇ 'ਚ ਤਾਂ ਗੈਪ ਬਹੁਤ ਹੈ। ਪ੍ਰੈਕਟਿਸ ਤੇ ਜਿਹੜਾ ਸਿਧਾਂਤ ਤੇ ਅਮਲ ਦੇ ਵਿੱਚ ਤਾਂ ਬੜਾ ਵੱਡਾ ਗੈਪ ਹੈ। ਇੱਕ ਆਈਡੀਅਲ ਹੁੰਦਾ, ਸ਼ਾਇਦ ਆਈਡੀਅਲ ਸਮਾਜ ਉਹਦਾ ਬਣਨਾ ਬੜਾ ਔਖਾ ਵੀ ਹੁੰਦਾ, ਪਰ ਤੁਹਾਡੇ ਕੋਲ ਪੈਮਾਨਾ ਤਾਂ ਉਹੀ ਹੁੰਦਾ ਨਾ, ਉਹਦੇ ਨਾਲ ਹੀ ਮਾਪੋਗੇ ਜੇਕਰ ਤੁਸੀਂ ਗੱਲ ਕਰੋ। ਹਾਲਾਂਕਿ ਜੇ ਜ਼ਬਰਦਸਤੀ ਹੁੰਦੀ ਆ, ਹਾਂ ਜਿਹਨੂੰ ਇਹਦੇ ਨਾਲ ਜੋੜਦੇ ਨੇ, ਇਹ ਗੱਲਾਂ ਦੋ ਬਿਲਕੁਲ ਵੱਖਰੀਆਂ ਨੇ। ਜਦੋਂ ਅਬਦਾਲੀ ਆਇਆ ਉਹ ਉਧਰੋਂ ਲੋਕਾਂ ਦੀਆਂ ਧੀਆਂ ਭੈਣਾਂ ਜਬਰੀ ਲੈ ਗਿਆ, ਉਹਨਾਂ ਨੂੰ ਛਡਾ ਕੇ ਘਰ ਮੋੜਨਾ ਇੱਕ ਹੋਰ ਗੱਲ ਹੈ, ਕਿਉਂਕਿ ਉਹ ਜ਼ਬਰਦਸਤੀ ਹੈ। ਉਹ ਤੁਸੀਂ ਉਹਨਾਂ ਦੀ ਇੱਛਾ ਦੇ ਖਿਲਾਫ ਜ਼ਬਰਦਸਤੀ ਲੈ ਕੇ ਖੜੇ ਹੋ, ਉਹਦੇ 'ਚ ਇੱਕ ਲੜਾਈ ਹੋ ਰਹੀ ਹੈ। ਤੇ ਜੇ ਆਹ ਘਟਨਾਵਾਂ ਨੂੰ ਕਸ਼ਮੀਰ ਔਰ ਪਾਕਿਸਤਾਨ ਦੀ ਤੁਸੀਂ ਅਬਦਾਲੀ ਵਾਲੀ ਗੱਲ ਕਰਦੇ ਹੋ ਵੀ ਉਹਦੇ ਨਾਲ ਐਂ ਹੋ ਗਿਆ ਸੀ, ਐਂ ਹੋ ਗਿਆ ਸੀ, ਇਹਦੇ 'ਚ ਤਾਲਮੇਲ ਨਹੀਂ ਹੈ ਕੋਈ ਦੋਨੇ ਜਿਹੜੇ ਮਾਮਲਿਆਂ ਦੇ ਵਿੱਚ। ਹੁਣ ਮਾਹੌਲ ਦੇ ਵਿੱਚ, ਔਰ ਇਹ ਵੀ ਇੱਕ ਡਾਟਾ ਵੀ ਹੈ, ਔਰ ਇਹ ਵੀ ਘੱਟੋ ਘੱਟ ਦੱਸਣਾ ਚਾਹੀਦਾ ਕਿ ਜੰਮੂ ਕਸ਼ਮੀਰ 'ਚ ਰਹਿੰਦੇ ਹੀ ਕਿੰਨੇ ਸਿੱਖਾਂ ਨੇ ਕਿੰਨੀਆਂ ਮੁਸਲਿਮ ਕੁੜੀਆਂ ਨਾਲ ਜਿਹੜੇ ਲਵ ਮੈਰਿਜ ਕਰਾਈ ਹੈ ਜਾਂ ਮੈਰਿਜ ਹੋਈ ਹੈ, ਉਹ ਗਿਣਤੀ ਵੱਧ ਹੈ ਜੀ ਦੂਜੇ ਨਾਲੋਂ। ਤੇ ਜੇ ਫਿਰ ਉਹ ਵੀ ਤਾਂ ਉੱਥੇ ਤਾਂ ਕਿਸੇ ਨੇ ਰੌਲਾ ਨਹੀਂ ਨਾ ਪਾਇਆ, ਜੇ ਉਸ ਲੈਵਲ ਤੇ ਵੀ ਤਾਂ ਰੌਲਾ ਪੈ ਹੀ ਸਕਦਾ ਸੀ। ਇਸ ਲਈ ਮੈਨੂੰ ਲੱਗਦਾ ਕਿ ਉਸ ਲੈਵਲ ਤੇ ਨਹੀਂ। ਹਾਂ, ਜਿਹੜਾ ਸਿੱਖੀ ਦਾ ਅਸਲ ਦੇ ਵਿੱਚ ਦੁਨੀਆ ਵਿੱਚ ਪ੍ਰਭਾਵ ਹੀ ਤਾਂ ਹੈ, ਇਹਦੀ ਗਿਣਤੀ ਘੱਟ ਹੈ। ਇਹ ਅਖਲਾਕੀ ਪੱਧਰ ਤੇ ਉੱਚਾ ਹੋਣ ਕਰਕੇ ਜਾਂ ਸੇਵਾ ਦੀ ਭਾਵਨਾ ਹੋਣ ਕਰਕੇ ਜਾਂ ਸਾਰਿਆਂ ਨੂੰ ਆਪਣੇ ਗੱਲ 'ਚ ਲੈਣ ਕਰਕੇ ਉਹ ਹੈ। ਇਹ ਮੈਨੂੰ ਲੱਗਦਾ ਸੈਕਟੇਰੀਅਨ ਨੇ, ਇਹ ਕਿਸੇ ਦੇ ਏਜੰਡੇ ਨੂੰ ਟੋ ਕਰਦੇ ਨੇ, ਤੇ ਉਸ ਏਜੰਡੇ ਤੋਂ ਬਾਹਰ ਕਿਵੇਂ ਨਿਕਲਿਆ ਜਾਏ ਸਾਰਾ ਜ਼ੋਰ ਇਸ ਗੱਲ ਤੇ ਲੱਗਣਾ ਚਾਹੀਦਾ, ਨਾ ਕਿ ਏਜੰਡੇ 'ਚ ਬਾਰ-ਬਾਰ ਫਸ ਜਾਓ ਜਾ ਕੇ। ਧਾਰਾ 370 ਜੋ ਟੁੱਟਦੀ ਹੈ ਜੀ, ਤਾਂ ਸਭ ਤੋਂ ਵੱਧ ਕਸ਼ਮੀਰੀਆਂ ਦੇ ਹੱਕ ਵਿੱਚ ਸਿੱਖ ਭਾਈਚਾਰਾ, ਪੰਜਾਬੀ ਭਾਈਚਾਰਾ ਹੈ ਜਿਹੜਾ ਉਹ ਡਟ ਕੇ ਆਵਾਜ਼ ਉਠਾਉਂਦਾ। ਔਰ ਹੁਣ ਕੀ ਕਿਤੇ ਨਾ ਕਿਤੇ ਇਹਨਾਂ ਦੋਵਾਂ ਭਾਈਚਾਰਿਆਂ ਦੇ ਵਿੱਚ ਜਿਹੜਾ ਇੱਕ ਤਰੇੜ ਪਾਉਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਦੀ ਕੋਸ਼ਿਸ਼ ਹੈ, ਪਰ ਮੈਨੂੰ ਲੱਗਦਾ ਪਏਗੀ ਨਹੀਂ। ਉਹਦਾ ਰੀਜਨ ਹੈ, ਦੇਖੋ ਸਿੱਖੀ ਤੇ ਮੁਸਲਮਾਨਾਂ ਦੇ ਸਿਧਾਂਤਕ ਤੌਰ ਤੇ ਸਿੱਖੀ ਤੇ ਮੁਸਲਮ ਤੇ ਰਿਲੀਜਨ ਉਹ ਜ਼ਿਆਦਾ ਨੇੜੇ ਹੈ। ਔਰ ਮਤਲਬ ਗੁਰੂ ਉੱਥੇ ਦਰਬਾਰ ਸਾਹਿਬ ਦਾ ਜਿਹੜਾ ਨੀਂਹ ਪੱਥਰ ਲਿਆ ਕੇ ਸਾਈਂ ਮੀਆਂ ਮੀਰ ਤੋਂ ਰਖਾ ਦਿੰਦਾ, ਉਦੋਂ ਤਾਂ ਉਹਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈ ਕਿ ਆਪਾਂ ਇਹ ਕਰਦੇ। ਉਹਨੇ ਦੇਖਿਆ ਕੁਆਲਿਟੀ 'ਚ ਕਿਹੜਾ ਵੱਡਾ ਵਿਦਵਾਨ ਹੈ, ਕਿਹੜਾ ਬੰਦਾ ਠੀਕ ਠਾਕ ਹੈ, ਆਪਾਂ ਸਗੋਂ ਉਹ ਤੋਂ ਰਖਾਈਏ, ਜ਼ਿਆਦਾ ਬਿਹਤਰ ਚੀਜ਼ ਹੈ। ਔਰ ਗੁਰੂ ਗੋਬਿੰਦ ਸਿੰਘ ਦੇ ਨਾਲ ਕਿੰਨੇ ਮੁਸਲਮ ਤੇ ਕਿੰਨੇ ਹਿੰਦੂ ਬੰਦੇ ਨਾਲ ਸੀ ਉਹ ਫੌਜ 'ਚ। ਬੰਦਾ ਬਹਾਦਰ ਦੀ ਫੌਜ 'ਚ ਵੀ ਤੁਸੀਂ ਦੇਖ ਸਕਦੇ ਹੋ। ਉਹ ਲੜਾਈ ਇਕੱਲੀ ਮੁਸਲਮ ਜਾਂ ਹਿੰਦੂ ਜਾਂ ਉਹਦੀ ਨਹੀਂ ਸੀ, ਲੜਾਈ ਤਾਂ ਇੱਕ ਜਿਹੜਾ ਟੌਪ ਸੱਤਾ ਤੇ ਬੈਠਾ ਆਦਮੀ ਹੈ ਜਿਹੜਾ ਜ਼ੁਲਮ ਕਰ ਰਿਹਾ, ਮਤਲਬ ਉਹਦੇ ਨਾਲ ਉਹਦੇ ਮਾਮਲੇ 'ਚ ਲੜਾਈ ਸੀ। ਮਲੇਰਕੋਟਲੇ ਵਾਲੇ ਆਪਾਂ ਉਦਾਹਰਨ ਲੈ ਸਕਦੇ ਹਾਂ ਕਿ ਮਲੇਰਕੋਟਲੇ 'ਚ ਹੀ 1947 'ਚ ਇੰਨਾ ਨਫ਼ਰਤ ਸੀ ਧਾਰਮਿਕ ਤੌਰ ਤੇ ਫੈਲੀ, 10 ਲੱਖ ਬੰਦਾ ਮਰ ਗਿਆ, 40 ਲੱਖ ਜ਼ਖਮੀ ਹੋ ਗਿਆ, 2.5 ਕਰੋੜ ਲੋਕਾਂ ਨੂੰ ਹਿਜਰਤ ਕਰਨੀ ਪਈ। ਤੇ ਪਰ ਮਲੇਰਕੋਟਲੇ ਨੂੰ ਫੁੱਲ ਦੀ ਨਹੀਂ ਲੱਗੀ, ਕਿਉਂਕਿ ਗੁਰੂ ਨੇ ਕਹੀ ਹੋਈ ਗੱਲ ਹੈ ਵੀ ਆਪਾਂ ਇੱਥੇ ਜਿਹੜਾ ਇਹ ਜੂਹ 'ਚ ਚਲਾ ਗਿਆ ਆਪਾਂ ਉਹਦੇ ਨਾਲ ਨਹੀਂ ਕਰਨਾ। ਇਸ ਕਰਕੇ ਇਹ ਇੱਕ ਇਤਿਹਾਸਕ ਇੱਕ ਗੱਲ ਸੀਗੀ ਜਿਹੜੀ ਸਿੱਖੀ ਦੇ ਮਾਮਲੇ ਦੇ ਵਿੱਚ, ਕਿਉਂਕਿ ਉਦੋਂ ਵੱਡਾ ਦਾਇਰਾ ਸਿਰਜਿਆ, ਉਦੋਂ ਵੱਡਾ ਇਖਲਾਕ, ਮਾਨਸ ਕੀ ਜਾਤ ਸਭ ਇੱਕ ਪਹਿਚਾਨ ਵਜੇ ਆਉਂਦੇ ਹੋ, ਤਾਂ ਉਹ ਵਿਤਕਰੇ ਲਈ ਕਿੱਥੇ ਗੱਲ ਖੜੀ ਹੁੰਦੀ ਹੈ, ਲਾਈਨ ਖੜੀ ਨਹੀਂ ਹੋ ਸਕਦੀ ਉਹਦੇ 'ਚ। ਔਰ ਉਹ ਸਾਰਾ ਜਿਹੜੀਆਂ ਗੱਲਾਂ ਉਸ ਪੱਧਰ ਦੇ ਉੱਤੇ ਵਾਪਰ ਰਹੀਆਂ ਨੇ। ਔਰ ਜਦੋਂ ਭਾਈ ਕਨ੍ਹਈਆ ਪਾਣੀ ਵੀ ਪਿਲਾਉਂਦਾ ਹੈ, ਉਹ ਵੀ ਮੁਗਲ ਫੌਜ ਸੀ, ਉਹ ਤਾਂ ਦੁਸ਼ਮਣਾਂ ਦੀ ਸੀ। ਜੇ ਉਹ ਪਾਣੀ ਪਿਲਾਉਂਦਾ ਉਹਨੂੰ ਇਜਾਜ਼ਤ ਗੁਰੂ ਦੇ ਦਿੰਦਾ ਨਾਲ ਮੱਲਮ ਪੱਟੀ ਦੇ ਕੇ ਵੀ ਕੋਈ ਗੱਲ ਨਹੀਂ, ਬਣਨਾ ਤਾਂ ਆਪਾਂ ਇਹੋ ਜਿਹੇ ਇਨਸਾਨ ਹੀ ਹੈ, ਪਰ ਉਹ ਸਾਡੇ ਤੇ ਹਮਲਾ ਕਰਦੇ ਨੇ, ਇਸ ਲਈ ਡਿਫੈਂਸ ਕਰਨਾ ਸਾਡੀ ਜ਼ਿੰਮੇਵਾਰੀ ਹੈ, ਲੜਨਾ ਸਾਡੀ ਜ਼ਿੰਮੇਵਾਰੀ ਹੈ, ਆਪਣਾ ਉਹ ਕਰਨਾ। ਉਹ ਸਾਰੀਆਂ ਚੀਜ਼ਾਂ ਨੇ ਅਸਲ ਦੇ ਵਿੱਚ ਜਿਹੜੀਆਂ ਤੋਂ ਮਤਲਬ ਮੇਰੇ ਖਿਆਲ ਟਾਲਾ ਵੱਟਿਆ ਜਾ ਰਿਹਾ ਕਿਸੇ ਨਾ ਕਿਸੇ ਰੂਪ ਦੇ ਵਿੱਚ, ਕਿਉਂਕਿ ਉਹ ਸਖਤ ਚੀਜ਼ਾਂ ਨੇ, ਉਹ ਜ਼ਿੰਦਗੀ ਬਦਲਦੀਆਂ ਨੇ। ਤੇ ਜਿਹੜੀਆਂ ਦੂਜੀਆਂ ਚੀਜ਼ਾਂ ਨੇ ਇੱਕ ਜਜ਼ਬਾਤ ਵਾਲੀਆਂ ਜਾਂ ਬਾਕੀ,
ਉਹ ਕਰਨੀਆਂ ਸੌਖੀਆਂ ਨਜ਼ਰ ਆ ਰਹੀਆਂ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਬਹਿ ਕੇ। ਪਰ ਇੱਕ ਗੱਲ ਕਲੀਅਰ ਹੈ ਕਿ ਜਿਹੜਾ ਇਹ ਏਜੰਡਾ ਹਿੰਦੂਤਵੀ ਕਲਚਰਲ ਨੈਸ਼ਨਲਿਜ਼ਮ ਦਾ, ਇਹਨੂੰ ਜਵਾਬ ਦੇਣਾ ਬੜਾ ਜ਼ਰੂਰੀ ਚੀਜ਼ ਹੈ ਕਿ ਇਹ ਜਿਹੜੇ ਵੀ ਬੰਦਿਆਂ ਨੇ ਕੀਤਾ ਵੀ ਹੈ ਕੰਮ, ਤਾਂ ਸਿੱਖਾਂ ਦੇ ਅੰਦਰੋਂ ਹੀ ਕੁਝ ਆਵਾਜ਼ ਉੱਠ ਵੀ ਰਹੀ ਹੈ। ਕੇਂਦਰੀ ਸਿੱਖ ਸ੍ਰੀ ਗੁਰੂ ਸਿੰਘ ਸਭਾ ਵਾਲਿਆਂ ਨੇ ਵੀ ਉਹਦੇ ਤੇ ਗੱਲ ਉਠਾਈ ਹੈ ਕਿ ਨਹੀਂ ਹੈ ਠੀਕ ਹੈ। ਬਹੁਤ ਸਾਰੇ ਸਿੱਖ ਬੁੱਧੀਜੀਵੀਆਂ ਨੇ ਆਵਾਜ਼ ਉਠਾਈ ਹੈ। ਇੱਕ ਚੰਗੀ ਗੱਲ ਹੈ ਜਦ ਕਮਿਊਨਿਟੀ ਦੇ ਅੰਦਰੋਂ ਆਵਾਜ਼ ਉੱਠਦੀ ਹੈ, ਇਹਦਾ ਮਤਲਬ ਇੱਕ ਜਿੰਦਾ ਦਿਲ ਕਮਿਊਨਿਟੀ ਦੀ ਨਿਸ਼ਾਨੀ ਹੈ ਕਿ ਇਹ ਨਹੀਂ ਹੈ ਕਿ ਇਕੱਲੇ ਨੇ। ਉਹਨਾਂ ਨੇ ਜਥੇਦਾਰ ਅਕਾਲ ਤਖਤ ਤੇ ਵੀ ਉਂਗਲ ਉਠਾਈ ਹੈ ਕਿ ਤੁਸੀਂ ਆਪਣੀ ਪਦਵੀ ਨੂੰ ਵੀ ਨੀਚੀ ਕੀਤਾ, ਹੇਠਾਂ ਕੀਤਾ, ਤੇ ਬਾਕੀ ਦੀਆਂ ਗੱਲਾਂ ਵੀ ਕੀਤੀਆਂ ਨੇ, ਤੇ ਉਹ ਕਰਨ ਦੀ ਲੋੜ ਨਹੀਂ ਹੈ। ਔਰ ਇਹ ਹੀ ਇੱਕ ਪੋਜ਼ਿਟਿਵ ਗੱਲ ਹੈ ਜਿਹੜੀ ਇਸ ਪਾਸੇ ਵੱਲ ਬਣਦੀ ਹੈ। ਤੇ ਇਹਨਾਂ ਕੁੜੀਆਂ ਨੂੰ ਵੀ ਇਨਸਾਫ ਦੇਣ ਲਈ ਮੈਨੂੰ ਲੱਗਦਾ ਉਹਨਾਂ ਨੂੰ ਮੌਕਾ ਮਿਲਣਾ ਚਾਹੀਦਾ, ਇੰਡੀਪੈਂਡੈਂਟ ਨਿਰਪੱਖ ਰਹਿ ਕੇ ਸੋਚਣ ਦਾ। ਜੋ ਮਹੀਨੇ ਬਾਅਦ ਉਹ ਫੈਸਲਾ ਲੈਣ, ਲੋਕਾਂ ਸਾਹਮਣੇ ਆਉਣ ਦਾ, ਬਿਨਾਂ ਕਿਸੇ ਦਬਾਅ ਤੋਂ। ਜੋ ਵੀ ਉਹਨਾਂ ਦਾ ਫੈਸਲਾ ਹੋਇਆ ਉਹਦੀ ਕਦਰ ਕਰਨੀ ਚਾਹੀਦੀ। ਇੱਕ ਆਖਰੀ ਸਵਾਲ ਜੀ ਕਿ ਕੀ ਕਸ਼ਮੀਰੀ ਆਵਾਮ ਦੀ ਜੂਨ ਸੁਧਰੇਗੀ? ਕੀ ਜੋ ਮਸਲਾ ਹੈ ਉਹਨਾਂ ਦੀ ਆਜ਼ਾਦੀ ਦਾ ਮਸਲਾ, ਜੋ ਧਾਰਾ 370 ਦਾ ਮਸਲਾ, ਉਹ ਹੱਲ ਹੋਵੇਗਾ? ਨਹੀਂ, ਮੈਨੂੰ ਲੱਗਦਾ ਹੱਲ ਹੋਣਾ ਚਾਹੀਦਾ, ਨਹੀਂ ਤਾਂ ਫਿਰ ਹੱਲ ਨਹੀਂ ਹੋਏਗਾ। ਤਾਂ ਉਹ ਇਕੱਲੇ ਕਸ਼ਮੀਰੀਆਂ ਦਾ ਸਵਾਲ ਨਹੀਂ, ਉਹ ਦੋ ਦੇਸ਼ਾਂ ਦੀ ਆਬਾਦੀ ਦਾ ਵੀ ਸਵਾਲ ਹੈ। ਉਹਦੇ 'ਚ ਲਾਸ ਕਸ਼ਮੀਰੀਆਂ ਦਾ ਨਹੀਂ ਹੈ। ਔਰ ਕੇਵਲ 40 ਲੱਖ ਵੈਲੀ ਦੀ ਪਾਪੂਲੇਸ਼ਨ ਹੈ ਉੱਥੇ, ਸਾਰੇ ਮਿਲਾ ਕੇ ਵਿੱਚੇ ਪੈਰਾਮਿਲਟਰੀ ਤੇ ਮਿਲਟਰੀ ਫੋਰਸਜ ਤੁਸੀਂ 6.5 ਲੱਖ ਦੇ ਕਰੀਬ, 13 ਲੱਖ ਫੌਜ ਹੈ ਕੰਟਰੀ ਦੀ, 6.5 ਲੱਖ ਤੁਸੀਂ ਉੱਥੇ ਬਿਠਾਈ ਬੈਠੇ ਹੋ। ਉਹ 6.5 ਲੱਖ ਤੇ ਜਿੰਨਾ ਕਾਸਟ ਆਉਂਦਾ 2,94,000 ਕਰੋੜ ਰੁਪਈਆ ਡਿਫੈਂਸ ਬਜਟ ਤੇ ਲਾਉਂਦੇ ਹੋ। ਮਨਰੇਗਾ ਲਈ 40,000 ਕਰੋੜ ਹੈ ਤੁਹਾਡੇ ਕੋਲ। ਲੋਕਾਂ ਦੀ ਰੋਜੀ ਰੋਟੀ ਲਈ ਤੁਹਾਡੇ ਕੋਲ ਉਹਨਾਂ ਕੁ ਪੈਸਾ ਜਿਹੜਾ ਕਿ ਹੁਣ ਵੱਧਦਾ ਜਾ ਰਿਹਾ। ਔਰ ਇਸੇ ਕਰਕੇ ਜਿਹੜਾ ਨੋਮ ਚਮਸਕੀ ਨੇ ਜਿਹੜਾ ਉਹ ਦੂਜੇ ਮਾਮਲਿਆਂ ਤੇ ਜਦੋਂ ਬੋਲਦਾ ਨਾ ਕਿਸਾਨ ਅੰਦੋਲਨ ਤੇ, ਉਹਦਾ ਬੜਾ ਦੇਰ ਤੋਂ ਕਹਿਣਾ ਹੈ। ਉਹ ਕਹਿੰਦਾ ਮਹਾਸ਼ਕਤੀਵਾਦ ਤੇ ਅੱਤਵਾਦ ਇੱਕੋ ਸਿੱਕੇ ਦੇ ਦੋ ਪਾਸੇ ਨੇ। ਜਿੰਨਾ ਚਿਰ ਤੁਸੀਂ ਮਹਾਸ਼ਕਤੀਵਾਦ ਦੀ ਅਪਰੋਚ ਨਹੀਂ ਛੱਡੋਗੇ, ਉਹਨਾਂ ਚਿਰ ਅੱਤਵਾਦ ਜ਼ੋਰ ਲਾ ਲਓ, ਇਹ ਹਟੇ ਨਹੀਂ ਸਕਦਾ, ਕਿਉਂਕਿ ਬੇਇਨਸਾਫੀ ਚੋਂ ਪੈਦਾ ਹੁੰਦਾ। ਵਿਸ਼ਵ ਗੁਰੂ ਬਣਾਉਣ ਦੀ ਗੱਲ ਤੇ ਜਿਹੜੇ ਵੀ ਉਹ ਅਮਰੀਕਾ ਨੂੰ ਕਹਿੰਦਾ ਰਿਹਾ ਇਹ ਗੱਲ ਉਦੋਂ ਤੋਂ। ਇਹ ਸਾਡੇ ਲਈ ਵੀ ਤਾਂ ਉਹੀ ਫਿੱਟ ਹੈ ਫਿਰ ਕਿ ਜੇ ਤੁਸੀਂ ਇਹ ਗੱਲਾਂ ਕਰਦੇ ਹੋ। ਜਿਹੜੀ ਹਿੰਸਾ ਰੁਕਣੀ ਹੈ ਉਹ ਇਨਸਾਫ ਪਸੰਦੀ ਨਾਲ ਰੁਕਣੀ ਹੈ। ਉਹ ਹਿੰਸਾ ਕੋਈ ਇੱਕ ਧਿਰ ਨੂੰ ਦਬਾ ਕੇ ਨਹੀਂ ਰੁਕਣੀ। ਇਹ ਟਾਈਮ ਅਲੱਗ ਹੈ ਕਿ ਤੁਸੀਂ ਕਸ਼ਮੀਰੀ 87 ਤੋਂ ਲੜ ਰਹੇ ਆ। ਜਿਹੜੇ ਕਸ਼ਮੀਰੀ ਨੂੰ ਇਹ ਕਹਿੰਦੇ ਹੁੰਦੇ ਸੀ ਕਦੇ ਕਿ ਕਸ਼ਮੀਰੀ ਨਰਮ ਦਿਲ ਇਨਸਾਨ ਹੈ, ਕਸ਼ਮੀਰੀ ਮੁਰਗਾ ਵੀ ਨਹੀਂ ਮਾਰ ਸਕਦਾ, ਉਹਨਾਂ ਨੂੰ ਮਿਲਟਰੀ 'ਚ ਭਰਤੀ ਕਰਨ ਨਹੀਂ ਕੀਤਾ ਜਾ ਸਕਦਾ, ਉਹ 1987 ਤੋਂ ਗਨ ਉਠਾ ਕੇ ਅੱਜ ਤੱਕ ਲੜ ਰਹੇ ਨੇ। ਹਾਲਾਤ ਮਜਬੂਰ ਕਰ ਦਿੰਦੇ ਨੇ ਉਸ ਪੱਧਰ ਦੇ ਉੱਤੇ ਬੰਦਿਆਂ ਨੂੰ ਲਿਜਾ ਕੇ। ਔਰ ਫਲਸਤੀਨੀ ਲੜ ਰਹੇ ਨੇ ਇਜ਼ਰਾਈਲੀਆਂ ਨਾਲ। ਇਜ਼ਰਾਈਲ ਸਭ ਤੋਂ ਟੌਪ ਮੋਸਟ ਮਿਲਟਰੀ ਹੈ, ਸਭ ਤੋਂ ਟੌਪ ਮੋਸਟ ਬਾਕੀ, ਉਹਨਾਂ ਨੂੰ ਹਟਾ ਥੋੜ੍ਹੀ ਸਕੋਗੇ ਤੁਸੀਂ। ਇਹ ਠੀਕ ਹੈ ਕਿ ਉਹਨਾਂ ਨੂੰ ਤਾਂ ਲਾਸ ਹੋ ਹੀ ਰਿਹਾ, ਉਹ ਤਾਂ ਕਰ ਹੀ ਰਹੇ ਨੇ। ਪਰ ਇਹਦੇ ਤੋਂ ਜਿਹੜਾ ਸਾਡਾ ਨੁਕਸਾਨ ਹੋ ਰਿਹਾ ਹੈ, ਇਹਦੇ ਕਸ਼ਮੀਰ ਦੇ ਕਰਕੇ ਪਾਕਿਸਤਾਨ ਨਾਲ ਰਿਸ਼ਤਾ ਨਹੀਂ ਸੁਧਰ ਰਿਹਾ। ਪਾਕਿਸਤਾਨ ਨਾਲ ਰਿਸ਼ਤਾ ਨਹੀਂ ਸੁਧਰ ਰਿਹਾ, ਬਾਰਡਰ ਨਹੀਂ ਖੁੱਲ੍ਹ ਰਿਹਾ। ਬਾਰਡਰ ਨਹੀਂ ਖੁੱਲ੍ਹ ਰਿਹਾ ਜਿੱਥੇ ਤੱਕ ਬਾਬਾ ਨਾਨਕ ਇਰਾਨ ਤੱਕ ਚਲਾ ਗਿਆ ਸੀ, ਪੈਦਲ ਤੁਰ ਕੇ ਇਰਾਕ ਤੱਕ, ਤੁਹਾਡਾ ਉਹਨਾਂ ਨਾਲ ਸੰਬੰਧ ਨਹੀਂ ਬਣ ਰਿਹਾ ਤੇ ਤੁਹਾਡੇ ਮਤਲਬ ਵਪਾਰ ਨਹੀਂ ਹੋ ਰਿਹਾ। ਤੇ ਜੇ ਉਹ ਨਹੀਂ ਹੋ ਰਿਹਾ ਤੇ ਤੁਹਾਡੀਆਂ ਨੌਕਰੀਆਂ ਨਹੀਂ ਬਣ ਰਹੀਆਂ, ਤੁਹਾਡਾ ਬਿਜ਼ਨਸ ਨਹੀਂ ਵੱਧ ਰਿਹਾ, ਤੁਹਾਡਾ ਕੁਝ ਵੀ ਨਹੀਂ ਹੋ ਰਿਹਾ। ਔਰ ਤੁਸੀਂ ਸੈਕਟੇਰੀਅਨ ਬਣ ਰਹੇ ਹੋ, ਤੁਸੀਂ ਉਹਨਾਂ ਦਾ ਪੱਖ ਜਾਣਨਾ ਨਹੀਂ ਚਾਹੁੰਦੇ। ਤੇ ਇੱਕ ਜਿਹੜਾ ਵਿਸ਼ਾਲ ਜਿਹੜਾ ਦਿਮਾਗ ਵਾਲਾ ਮਨੁੱਖ ਹੈ ਉਹ ਨਹੀਂ ਤੁਸੀਂ ਪੈਦਾ ਕਰ ਰਹੇ, ਛੋਟੇ ਮਨੁੱਖ ਪੈਦਾ ਕਰ ਰਹੇ ਹੋ। ਮਤਲਬ ਮੈਨੂੰ ਲੱਗਦਾ ਕਿ ਮੁੱਦਾ ਕਸ਼ਮੀਰੀਆਂ ਦਾ ਮੁੱਦਾ ਨਹੀਂ ਹੈ, ਇਹ ਮੁੱਦਾ ਮਨੁੱਖਤਾ ਦਾ ਮੁੱਦਾ ਹੈ ਤੇ ਖਾਸ ਤੌਰ ਤੇ ਕੰਟਰੀ ਦਾ ਮੁੱਦਾ ਹੈ। ਜਿੰਨਾ ਚਿਰ ਕੰਟਰੀ ਇਹ ਮਹਿਸੂਸ ਨਹੀਂ ਕਰਦਾ। ਔਰ ਦੂਜਾ ਵੀ ਜਿਹੜਾ ਨਾਗਰਿਕ ਸੋਧ ਬਿੱਲ ਹੈ ਇਹ ਉੱਥੇ ਹੀ ਪਿਆ ਹੋਇਆ। ਔਰ ਜਦੋਂ ਵੀ ਸ਼ਹੀਨ ਬਾਗ ਦਾ ਮੋਰਚਾ 101 ਦਿਨ ਚੱਲਿਆ, ਜਦੋਂ ਪੰਜਾਬ ਤੋਂ ਕੋਈ 200 ਬੰਦਾ ਵੀ ਸਿੱਖ ਵਗ ਜਾਂਦਾ ਸੀ ਉੱਥੇ, ਮੈਂ ਕਿੰਨੇ ਵਾਰ ਗਿਆ ਤੇ ਉਹ ਕਹਿੰਦੇ ਸੀ ਤੁਸੀਂ ਇੱਥੇ ਬੈਠੇ ਰਹੋ, ਤੁਹਾਡੇ ਨਾਲ ਸਾਨੂੰ ਨਾ ਇੱਕ ਸੈਂਸ ਆਫ ਸਿਕਿਉਰਿਟੀ ਮਿਲਦੀ ਹੈ, ਸਾਨੂੰ ਇਹ ਲੱਗਦਾ ਕਿ ਅਸੀਂ ਇਕੱਠੇ ਹਾਂ ਤੇ ਸਿਕਿਉਰ ਹਾਂ। ਔਰ ਕਸ਼ਮੀਰ ਦੇ ਵਿੱਚੋਂ ਜਿਹੜੇ ਬੰਦੇ ਲੜ ਰਹੇ ਨੇ, ਹੁਰੀਅਤ ਕਾਨਫਰੰਸ ਦੇ ਕਿੰਨੇ ਹੀ ਆਗੂ ਨੇ, ਕਈ ਹੋਰ ਲੀਡਰ ਨੇ ਜਿਨ੍ਹਾਂ ਦਾ ਬਾਹਰ ਪੜ੍ਹਾਉਣ ਦੇ ਜੋਗੇ ਪੈਸੇ ਨਹੀਂ ਹੈ। ਮੰਨ ਲਓ ਉਹ ਪੰਜਾਬ 'ਚ ਆਪਣੇ ਬੱਚੇ ਨੂੰ ਪੜ੍ਹਾ ਕੇ ਜ਼ਿਆਦਾ ਸੁਰੱਖਿਅਤ ਮਹਿਸੂਸ ਕਰਦੇ ਨੇ ਕਿ ਬਾਕੀ ਕਿਤੇ ਨਾਲੋਂ ਸਾਨੂੰ ਜ਼ਿਆਦਾ ਫੀਲ ਇਹ ਹੋ ਰਿਹਾ। ਇਹ ਇੱਕ ਆਪਣਾ ਤਬੀਆ ਆਪਸ ਦੇ ਵਿੱਚ। ਇਹ ਤਾਂ ਹੀ ਹੈ ਜੇ ਇੱਕ ਦੂਜੇ ਲਈ ਹਾਂ ਦਾ ਨਾਰਾ ਮਾਰਦੇ ਆ, ਦੇ ਇੱਕ ਦੂਜੇ ਲਈ ਬੋਲਦਾ, ਕੋਈ ਦੂਜੇ ਲਈ ਇਹ ਕੁਛ ਕਰ ਰਿਹਾ। ਔਰ ਮੇਰੇ ਯਾਦ ਹੈ, ਮੈਂ ਜਦੋਂ ਪਹਿਲਾਂ ਗਿਆ, ਮੇਰਾ ਡੈਜਰਟੇਸ਼ਨ ਸੀਗਾ ਜਿਹੜਾ ਰੋਲ ਆਫ ਮੀਡੀਆ ਇਨ J&K ਅਸੈਂਬਲੀ ਇਲੈਕਸ਼ਨ 1996 ਦੀ ਇਲੈਕਸ਼ਨ ਸੀ ਕਸ਼ਮੀਰ ਦੀ। ਉੱਥੇ ਗਿਆ, ਉਦੋਂ ਮਿਲੀਟੈਂਸੀ ਟੌਪ ਤੇ ਸੀ। ਸੈयद ਅਲੀ ਗਿਲਾਨੀ ਨੂੰ ਮਿਲਿਆ, ਜਿਹੜਾ ਸਾਰੇ ਹੁਰੀਅਤ ਲੀਡਰ ਨੂੰ, ਗਿਲਾਨੀ ਨੂੰ ਮਿਲਿਆ। ਕਹਿੰਦਾ ਆਪਕੇ ਸਾਥ ਤੋਂ ਬਾਤ ਹੋ ਸਕਤੀ ਹੈ, ਆਪ ਉਹਨੇ ਇੰਡੀਅਨ ਨਹੀਂ ਨਾ ਹੋ 100%। ਪੱਗ ਦੇਖ ਕੇ ਹੀ ਮਤਲਬ ਇੱਕ ਸਾਈਕੀ ਹੁੰਦੀ ਹੈ ਜਿੱਥੇ ਜਾ ਕੇ ਤੁਸੀਂ ਗੱਲ ਉਸ ਰੂਪ ਦੇ ਵਿੱਚ ਕਰ ਰਹੇ ਹੋ। ਪਹਿਲਾਂ ਤਾਂ ਕੋਈ ਨਾ ਕੋਈ ਭਰੋਸਾ ਜਿੱਤਣ ਦੀ ਗੱਲ ਹੁੰਦੀ ਹੈ, ਭਰੋਸਾ ਜਿੱਤ ਕੇ ਤੁਸੀਂ ਗੱਲਬਾਤ ਚਲਾਉਣੀ ਹੁੰਦੀ ਹੈ ਤੇ ਉਹਦੇ ਤੋਂ ਬਾਅਦ ਅੱਗੇ ਗੱਲ ਸ਼ੁਰੂ ਕਰਨੀ ਹੁੰਦੀ ਹੈ। ਜਿੰਨੀ ਜਲਦੀ ਇੰਡੀਆ ਦਾ ਆਵਾਮ ਸਮਝੇਗਾ ਇਸ ਗੱਲ ਨੂੰ, ਮੋਦੀ ਹੋਣੀ ਸਕਸੈਸ ਇਸੇ ਕਰਕੇ ਨੇ ਕਿ ਕੋਈ ਆਵਾਮ ਦਾ ਇੱਕ ਵੱਡਾ ਹਿੱਸਾ
ਉਹਨੂੰ ਉਹਨਾਂ ਨੇ ਹਿੰਦੂਤਵੀ ਨਫ਼ਰਤ ਨਾਲ ਭਰਤਾ ਹੈ, ਉਹ ਉਹਨਾਂ ਨੂੰ ਰੋਕ ਨਹੀਂ ਰਿਹਾ। ਡੈਮੋਕ੍ਰੇਸੀ ਜਦੋਂ ਉਹ ਰੋਕਣਾ ਸ਼ੁਰੂ ਕਰ ਦਊਗਾ ਉਹਨਾਂ ਨੂੰ ਵੀ ਇਹਦੇ ਆਧਾਰ ਤੇ ਵੋਟ ਨਹੀਂ ਮਿਲਣੀ, ਵੋਟ ਕਿਸੇ ਕੰਮ ਤੇ ਮਿਲੇਗੀ, ਸਾਡਾ ਨੁਕਸਾਨ ਹੋ ਰਿਹਾ, ਸਾਡੀ ਖੇਤੀ ਉਜੜ ਰਹੀ ਹੈ, ਸਾਡੇ ਬੱਚੇ ਬੇਰੁਜ਼ਗਾਰ ਨੇ, ਸਾਡਾ ਬਾਕੀ ਦਾ ਸਾਰਾ ਕੁਝ ਸੋਕਾ ਪੈ ਰਿਹਾ ਬਾਰ-ਬਾਰ ਮੱਧ ਪ੍ਰਦੇਸ਼ ਤੇ ਕਿੰਨੇ ਹੀ ਬਾਕੀ ਏਰੀਆ 'ਚ, ਯੂਪੀ ਦੇ ਵੀ ਕੁਝ ਏਰੀਆ ਦੇ ਵਿੱਚ ਖਾਣ ਖੱਟਣ ਨੂੰ ਕੁਝ ਹੈ ਨਹੀਂ, ਜ਼ਮੀਨਾਂ ਵਾਲੇ ਲੋਕ ਪੰਜਾਬ 'ਚ ਦਿਹਾੜੀ ਕਰਨ ਆ ਰਹੇ ਨੇ। ਜਦੋਂ ਉਹਨਾਂ ਨੂੰ ਇਹ ਮਾਹੌਲ ਬਣੇਗਾ ਉਦੋਂ ਬਾਅਦ ਸ਼ਾਇਦ ਨਬਜ ਪਛਾਣੂਗਾ ਪੋਲੀਟੀਸ਼ੀਅਨ, ਤਾਂ ਜਾ ਕੇ ਤਬਦੀਲੀ ਉਸ ਪੱਧਰ ਤੇ ਉੱਤੇ ਸੰਭਵ ਹੋਏਗੀ। ਵੱਡੀ ਪੋਜੀਸ਼ਨ ਮੈਨੂੰ ਲੱਗਦਾ ਆਰਐਸਐਸ ਤਾਂ, ਕਿਉਂਕਿ ਆਈਡੀਓਲੋਜੀਕਲੀ ਉਹਦੇ ਤੇ ਲੱਗੀ ਹੋਈ ਹੈ ਇੰਨੇ ਸਮੇਂ ਤੋਂ, ਉਹ 'ਚ ਤਬਦੀਲੀ ਮੁਸ਼ਕਲ ਕੰਮ ਹੈ। ਤਬਦੀਲੀ ਆਵਾਮ ਦੀ ਸਾਈਡ ਤੋਂ ਹੀ ਉਸ ਆਈਡੀਓਲੋਜੀ ਤੋਂ ਵੱਖਰੇ ਰਹਿ ਕੇ ਜਦੋਂ ਆਏਗੀ ਸ਼ਾਇਦ ਉਹ ਜ਼ਿਆਦਾ ਬਿਹਤਰ ਤਬਦੀਲੀ ਹੋਏਗੀ। ਸੋ ਅਸੀਂ ਉਮੀਦ ਕਰਦੇ ਹਾਂ ਕਿ ਤਬਦੀਲੀ ਆਊਗੀ, ਕਸ਼ਮੀਰੀ ਆਵਾਮ ਨੂੰ ਉਹਦਾ ਹੱਕ ਉਹ ਜ਼ਰੂਰ ਮਿਲੂਗਾ, ਔਰ ਜਿਹੜੀ ਔਰਤ ਦੀ ਆਜ਼ਾਦੀ ਦਾ ਸਵਾਲ ਹੈ ਉਹ ਵੀ ਜ਼ਰੂਰ ਹੱਲ ਹੋਵੇਗਾ। ਸੋ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਹਮੀਰ ਸਿੰਘ ਜੀ ਨੇ। ਤੁਸੀਂ ਦੇਖ ਰਹੇ ਹੋ ਦੁਨੀਆ, ਜੁੜੇ ਰਹੋ ਦੁਨੀਆ ਦੇ ਨਾਲ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।